TV 16 ਟੋਰਾਂਟੋ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ KS ਬਲ ਵੱਲੋਂ ਸਤਿ ਸ਼੍ਰੀ ਅਕਾਲ ਜੀ। ਸੋ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਖੁੱਲ੍ਹਾ ਸੱਦਾ ਦੇ ਵਿੱਚ। ਉਮੀਦ ਕਰਦਾ ਕਿ ਤੁਹਾਨੂੰ ਅੱਜ ਵਾਲਾ ਪ੍ਰੋਗਰਾਮ ਵੀ ਜਿਹੜਾ ਹੈ ਉਹ ਪਸੰਦ ਆਵੇਗਾ। ਆਓ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਸ਼ੁਰੂ ਕਰਦੇ ਹੈਗੇ ਹਾਂ। ਪ੍ਰੋਗਰਾਮ ਦਾ ਅੱਜ ਮੇਰਾ ਜਿਹੜਾ ਮੈਂ ਵਿਸ਼ਾ ਲਿਆ ਹੈਗਾ, ਇਹ ਵਿਸ਼ਾ ਵੀ ਬਹੁਤ ਜ਼ਿਆਦਾ ਗੰਭੀਰ ਹੈਗਾ। ਇਸ ਵਿਸ਼ੇ ਦੇ ਉੱਤੇ ਸਾਨੂੰ ਸੋਚਣ ਦੀ ਵੀ ਲੋੜ ਆ, ਸਾਨੂੰ ਸਮਝਣ ਦੀ ਵੀ ਲੋੜ ਆ, ਔਰ ਸਾਨੂੰ ਇਹਦੇ 'ਤੇ ਗੰਭੀਰ ਚਿੰਤਨ ਕਰਨ ਦੀ ਵੀ ਜਿਹੜੀ ਹੈਗੀ ਆ ਉਹ ਬਹੁਤ ਵੱਡੀ ਜ਼ਰੂਰਤ ਹੈਗੀ ਆ। ਇਹ ਵਿਸ਼ਾ ਹੈਗਾ ਕਿ ਕੀ BJP ਜਿਹੜੀ ਹੈਗੀ ਆ ਉਹ ਜਿਹੜੀਆਂ ਸਟੇਟਾਂ ਨੇ ਯਾਨੀ ਕਿ ਜਿਹੜੇ ਪ੍ਰਦੇਸ਼ ਨੇ ਉਹਨਾਂ ਦਾ ਮੂੰਹ ਮਹਾਂਦਰਾ ਬਦਲਣ ਦੀ ਤਿਆਰੀ ਦੇ ਵਿੱਚ ਲੱਗੀ ਹੋਈ ਆ, ਔਰ ਬੜੀ ਸਪੀਡ ਦੇ ਨਾਲ ਬੜੀ ਤੇਜ਼ੀ ਦੇ ਨਾਲ ਲੱਗੀ ਹੋਈ ਆ। ਤੇ ਬਦਕਿਸਮਤੀ ਦੇ ਨਾਲ ਅਸੀਂ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਜਿਹੜਾ ਉਹ ਨਾ ਦੇ ਕੇ ਆਪਾਂ ਜਿਹੜਾ ਹੈ ਉਹ ਕਿਸੇ ਨਾ ਕਿਸੇ ਉਸ ਪਾਰਟੀ ਦੇ ਨਾਲ, ਉਸ ਖੇਤਰੀ ਪਾਰਟੀ ਦੇ ਨਾਲ ਜਾਂ ਸੈਂਟਰ ਪਾਰਟੀ ਦੇ ਨਾਲ ਜੁੜ ਕੇ ਤੇ ਅਸੀਂ ਸੋਚਦੇ ਹਾਂ ਕਿ ਅਸੀਂ ਕੋਈ ਨਾ ਕੋਈ ਬਹੁਤ ਵੱਡੀ ਤਬਦੀਲੀ ਜਿਹੜੀ ਆ ਉਹ ਆਪਣੇ ਖਾਸ ਤੌਰ ਦੇ ਉੱਤੇ ਜੇ ਆਪਣੀ ਸਟੇਟ ਦੀ ਆਪਾਂ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਬਹੁਤ ਵੱਡੀ ਤਬਦੀਲੀ ਜਿਹੜੀ ਆ ਉਹ ਲੈ ਕੇ ਆਵਾਂਗੇ। ਜਦ ਕਿ ਅਜਿਹਾ ਕੁਛ ਨਾ ਪਹਿਲਾਂ ਹੋਇਆ ਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਦੀ ਕੋਈ ਉਮੀਦ ਜਿਹੜੀ ਆ ਉਹ ਕੀਤੀ ਜਾ ਸਕਦੀ ਹੈਗੀ ਆ। ਸੋ ਜਿਹੜਾ ਅੱਜ ਮੈਂ ਸਿਰਲੇਖ ਲਿਆ ਉਹਦਾ ਕਾਰਨ ਵੀ ਇਹੀ ਹੈਗਾ ਕਿ ਸਾਨੂੰ ਜਿੱਥੇ ਸੋਚਣਾ ਚਾਹੀਦਾ, ਜਿੱਥੇ ਸਮਝਣਾ ਚਾਹੀਦਾ, ਜਿਹਦੇ ਵਾਸਤੇ ਗੱਲਬਾਤ ਕਰਨੀ ਚਾਹੀਦੀ ਆ, ਉਸ ਤੋਂ ਅਸੀਂ ਜਿਹੜਾ ਹੈ ਬੇਮੁਖ ਹੋਏ ਹੋਏ ਆ। ਉਸ ਦੇ ਵੱਲ ਸਾਡਾ ਬਿਲਕੁਲ ਵੀ ਜਿਹੜਾ ਹੈ ਉਹ ਧਿਆਨ ਨਹੀਂ ਹੈਗਾ। ਪਰ ਇੰਡੀਅਨ ਸਟੇਟ ਦੇ ਉੱਤੇ ਜੋ ਇਸ ਟਾਈਮ ਦੇ ਉੱਤੇ ਹਾਕਮ ਧਿਰ ਜਿਹੜੀ ਆ ਉਹ ਕਬਜ਼ਾ ਕਰਕੇ ਬੈਠੀ ਹੈਗੀ ਆ, ਉਹ ਆਪਣੀ ਬੇਜਿੱਦ ਹੈਗੀ ਆ ਕਿ ਮੈਂ ਆਪਣੇ ਜਿਹੜਾ ਏਜੰਡਾ ਹੈਗਾ ਮੈਂ ਉਸ ਨੂੰ ਲਾਗੂ ਜਿਹੜਾ ਉਹ ਕਰਨਾ ਹੈਗਾ। ਤੇ ਹਮੇਸ਼ਾ ਜਦੋਂ ਕੋਈ ਚੀਜ਼ ਚੱਲਦੀ ਹੈਗੀ ਆ ਤੇ ਜਿਹੜਾ BJP ਦਾ IT ਸੈੱਲ ਹੈਗਾ ਉਹ ਕੋਈ ਨਾ ਕੋਈ ਚੀਜ਼ ਤੁਹਾਡੇ ਅੱਗੇ ਪੇਸ਼ ਕਰਦਾ ਆਪਣੇ ਤਰੀਕੇ ਦੇ ਨਾਲ, ਤੇ ਉਹ ਇਹ ਟੋਹ ਕੇ ਦੇਖਣ ਦੀ ਕੋਸ਼ਿਸ਼ ਕਰਦਾ ਕਿ ਲੋਕਾਂ ਦਾ ਜਿਹੜਾ ਐਕਸ਼ਨ ਜਿਹੜਾ ਹੈਗਾ ਉਹ ਰਿਐਕਸ਼ਨ ਜਿਹੜਾ ਹੈਗਾ ਉਹ ਕਿੱਦਾਂ ਦਾ ਹੈਗਾ, ਲੋਕ ਰਿਐਕਟ ਕਿਵੇਂ ਕਰਦੇ ਨੇ, ਲੋਕਾਂ ਦੀ ਸੋਚ ਕਿਵੇਂ ਦੀ ਹੈ, ਲੋਕ ਕਿੱਦਾਂ ਦਾ ਹੁੰਗਾਰਾ ਜਿਹੜਾ ਹੈ ਸਾਨੂੰ ਉਹਦੇ ਵਿੱਚ ਦਿੰਦੇ ਨੇ। ਤੇ ਉਹ ਲੱਗਦੀ ਤਾਂ ਇਸ ਤਰ੍ਹਾਂ ਹੁੰਦੀ ਆ ਕਿ ਕੋਈ ਟਵਿੱਟਰ ਵਾਰ ਚੱਲਦੀ ਹੈਗੀ ਆ, ਪਰ ਲੇਕਿਨ ਉਹਦੇ ਵਿੱਚ ਜਿਹੜਾ ਉਹਨਾਂ ਦਾ ਛੁਪਿਆ ਹਿਡਨ ਏਜੰਡਾ ਜਿਹੜਾ ਉਹ ਆਪਣਾ ਸਾਰਾ ਕੁਛ ਇਸ ਚੀਜ਼ ਨੂੰ ਬਦਲਣ ਦੇ ਵਿੱਚ ਲੱਗੇ ਹੋਏ ਨੇ, ਉਹਦਾ ਏਜੰਡਾ ਜਿਹੜਾ ਉਹ ਖੁੱਲ੍ਹੇ ਰੂਪ ਦੇ ਵਿੱਚ ਸਾਹਮਣੇ ਆ ਜਾਂਦਾ ਜੇ ਅਸੀਂ ਉਸ ਬਰੀਕ ਨਜ਼ਰ ਦੇ ਨਾਲ ਉਸ ਨੂੰ ਵੇਖ ਸਕਦੇ ਹੋਈਏ। ਤੇ ਜੇ ਭਾਈ ਅਸੀਂ ਟਿਕਟੌਕ ਦੇ ਉੱਤੇ ਜਾਂ ਬਾਕੀ ਚੀਜ਼ਾਂ ਦੇ ਉੱਤੇ ਅਸੀਂ ਸਿਰਫ ਵੀਡੀਓ ਬਣਾ ਕੇ ਜਾਂ ਬਾਕੀ ਫੇਸਬੁੱਕਾਂ ਦੇ ਉੱਤੇ ਜਿਹੜੀਆਂ ਦੂਸਰੀਆਂ ਚੀਜ਼ਾਂ ਨੇ ਆਈਆਂ ਹੋਈਆਂ ਫਨੀ ਚੀਜ਼ਾਂ ਜਾਂ ਦੂਸਰੀਆਂ ਚੀਜ਼ਾਂ, ਮੈਂ ਇਹ ਨਹੀਂ ਕਹਿੰਦਾ ਕਿ ਇੰਟਰਟੇਨਮੈਂਟ ਹੋਣਾ ਨਹੀਂ ਚਾਹੀਦਾ, ਬਟ ਜਿੱਥੇ ਸਾਨੂੰ ਗੰਭੀਰ ਹੋਣਾ ਚਾਹੀਦਾ, ਜਿੱਥੇ ਸਾਨੂੰ ਗੰਭੀਰ ਹੋਣ ਦੀ ਲੋੜ ਆ, ਉੱਥੇ ਸਾਨੂੰ ਇਹ ਚੀਜ਼ਾਂ ਸੋਚਣੀਆਂ ਜਿਹੜੀਆਂ ਨੇ ਉਹ ਚਾਹੀਦੀਆਂ ਹੈਗੀਆਂ ਨੇ। ਸੋ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਜਿਹੜੀ BJP ਹੈਗੀ ਆ ਉਹਨੇ ਸ਼ਫਲ ਵੀ ਕੀਤਾ ਹੈਗਾ ਆਪਣੀ ਵਜ਼ਾਰਤ ਵਿੱਚ, ਤੇ ਲੋਕਾਂ ਨੂੰ ਜਦੋਂ ਮੰਤਰੀਆਂ ਨੂੰ ਇੰਟਰੋਡਿਊਸ ਵੀ ਕੀਤਾ ਗਿਆ, ਜਿਹੜੇ ਨਵੇਂ ਕੁਛ ਭਾਜਪਾ ਦੇ ਜਿਹੜੇ ਸੀਗੇ ਮੰਤਰੀ ਉਹਨਾਂ ਨੂੰ ਕੁਛ ਕਿਸੇ ਦੇ ਅਹੁਦੇ ਚੇਂਜ ਕੀਤੇ ਗਏ, ਕਈਆਂ ਨੂੰ ਕੋਈ ਉੱਥੇ ਸਰਕਾਰ ਦੇ ਵਿੱਚ ਕੋਈ ਅਹੁਦਾ ਦਿੱਤਾ ਗਿਆ। ਸੋ ਹਮੇਸ਼ਾ ਇਸ ਤਰ੍ਹਾਂ ਹੁੰਦਾ ਕਿ ਕਿਸੇ ਨੂੰ ਕਿਸੇ ਉਸ ਸ਼ਹਿਰ ਦੇ ਨਾਲ ਜਾਂ ਜਿਸ ਸ਼ਹਿਰ ਦੇ ਨਾਲ ਜਾਂ ਜਿਸ ਖਿੱਤੇ ਨਾਲ ਸੰਬੰਧਿਤ ਹੁੰਦਾ ਉਹਦੇ ਉਸ ਚੀਜ਼ ਨਾਲ ਇੰਟਰੋਡਿਊਸ ਜਿਹੜਾ ਉਹ ਕਰਵਾਇਆ ਜਾਂਦਾ ਹੈਗਾ। ਬਟ ਬਾਕੀਆਂ ਨੂੰ ਇਸ ਤਰ੍ਹਾਂ ਦੇ ਨਾਲ ਹੀ ਕਰਾਇਆ ਗਿਆ। ਕੁਛ ਜਦੋਂ ਇੰਟਰੋਡਿਊਸ ਕਰਾ ਰਹੇ ਸੀਗੇ ਤਾਂ ਉਹਦੇ ਵਿੱਚ ਇੱਕ ਤਾਮਿਲਨਾਡੂ ਤੋਂ ਸੀਗੇ। ਸੋ ਉਹਨਾਂ ਨੂੰ ਜਦੋਂ ਇੰਟਰੋਡਿਊਸ ਕਰਾਇਆ ਗਿਆ ਤਾਂ ਉੱਥੇ ਕੇਗੂ ਨਾਡੂ ਦਾ ਨਾਮ ਜਿਹੜਾ ਉਹ ਦਿੱਤਾ ਗਿਆ। ਸੋ ਇਹ ਕਈ ਵਾਰੀ ਜਿਹੜਾ ਹੈ ਉਹ ਨਾਮ ਆਮ ਬੰਦਿਆਂ ਨੇ ਇਹ ਚੀਜ਼ ਸੁਣੀ ਵੀ ਨਹੀਂ ਹੁੰਦੀ ਹੈਗੀ। ਤਾਮਿਲਨਾਡੂ ਤਾਂ ਸੁਣਿਆ ਹੋਗਾ, ਕੇਗੂ ਨਾਡੂ ਕੀ ਆ ਗਿਆ। ਸੋ ਕੇਗੂ ਨਾਡੂ ਦੀ ਉਸ ਤੋਂ ਪਹਿਲਾਂ ਟਵਿੱਟਰ ਵਾਰ ਜਿਹੜੀ ਸੀ ਉਹ ਚੱਲ ਰਹੀ ਸੀਗੀ, ਟਵਿੱਟਰ ਦੇ ਉੱਤੇ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਹੋ ਰਹੀਆਂ ਸੀਗੀਆਂ। ਪਰ ਇੱਥੇ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹਾਂਗਾ, ਇੱਕ ਚੀਜ਼ ਤੁਹਾਡੇ ਨਾਲ ਹੋਰ ਸ਼ੇਅਰ ਕਰਨੀ ਚਾਹਾਂਗਾ। ਮਾਫ਼ ਕਰਨਾ, ਸਾਡੇ ਬਹੁਤ ਸਾਰੇ ਬੰਦੇ ਟਵਿੱਟਰ ਨੂੰ ਜਿਹੜਾ ਹੈ ਉਹ ਦੇਖਦੇ ਹੀ ਨਹੀਂ, ਖੰਗਾਲਦੇ ਹੀ ਨਹੀਂ, ਜਾਂ ਉਸ ਦੇ ਉੱਤੇ ਕੀ ਚੱਲ ਰਿਹਾ ਹੈਗਾ
ਜਾਂ ਸਾਨੂੰ ਕੀ ਪਰੋਸਿਆ ਜਾ ਰਿਹਾ, ਉਸ ਦੇ ਵਿੱਚ ਸਾਡੀ ਕਿੰਨੀ ਕੁ ਜ਼ਿਆਦਾ ਇਨਪੁਟ ਹੋਣੀ ਚਾਹੀਦੀ ਆ, ਉਸ ਤੋਂ ਅਸੀਂ ਮੁਨਕਰ ਹਾਂ। ਬਿਲਕੁਲ ਉਸ ਤੋਂ ਅਸੀਂ ਬੇਪਰਵਾਹ ਹੋਏ ਬੈਠੇ ਹੈਗੇ ਆ। ਜਦ ਕਿ ਹਮੇਸ਼ਾ ਕੀ ਹੁੰਦਾ ਕਿ ਜਿਹੜਾ IT ਸੈੱਲ ਹੈਗਾ, ਉਹ ਜਿੰਨਾ ਵੀ ਸੋਸ਼ਲ ਮੀਡੀਆ ਦਾ ਪਲੇਟਫਾਰਮਸ ਨੇ, ਉਹਨਾਂ ਨੂੰ ਆਪਣੇ ਤਰੀਕੇ ਨਾਲ ਵਰਤਣ ਦੀ ਉਹ ਕੋਸ਼ਿਸ਼ ਜਿਹੜੀ ਆ ਉਹ ਕਰੀ ਜਾ ਰਿਹਾ। ਸੋ ਜਿਸ ਚੀਜ਼ ਨੂੰ ਮੈਂ ਟਾਰਗੇਟ ਅੱਜ ਤੁਹਾਡੇ ਨਾਲ ਇਹ ਚੀਜ਼ ਕੀਤੀ ਆ, ਉਹਦਾ ਭਾਵ ਸਿਰਫ ਇਹੀ ਹੈਗਾ ਕਿ ਜਿਹੜੀ BJP ਹੈਗੀ ਆ, ਇਹ ਕੋਈ ਅੱਜ ਤੋਂ ਨਹੀਂ ਇਹ ਚੀਜ਼ ਕਰਦੀ ਪਈ ਹੈਗੀ ਕਿ ਉਹਨੇ ਇੱਕਦਮ ਇਹ ਚੀਜ਼ ਜਿਹੜੀ ਆ ਉਹ ਕਰਨੀ ਸ਼ੁਰੂ ਕੀਤੀ ਹੈਗੀ ਆ। ਧਾਰਾ 370 ਨੂੰ ਜਦੋਂ ਤੋੜਿਆ ਗਿਆ, ਧਾਰਾ 370 ਨੂੰ ਸਿਰਫ 2 ਘੰਟੇ ਦੇ ਵਿੱਚ ਹੀ ਉਹਨਾਂ ਨੇ ਸਾਰਾ ਆਪਣਾ ਜੋ ਵੀ ਉੱਥੇ ਉਹਨਾਂ ਦੀ ਚੱਲਿਆ ਸੈਸ਼ਨ ਚੱਲਿਆ, ਉਸ ਸੈਸ਼ਨ ਦੇ ਵਿੱਚ 2 ਘੰਟੇ ਦੇ ਵਿੱਚ ਉਹਨਾਂ ਨੇ ਸਾਰਾ ਕੁਝ ਨਿਪਟਾਰਾ ਕਰ ਦਿੱਤਾ। ਸੋ ਉਹਨਾਂ ਦੇ ਏਜੰਡੇ 'ਚ ਸੀ, ਉਹਨਾਂ ਦੇ ਬਾਕੀ ਉਹ ਮੈਨੀਫੈਸਟੋ ਦੇ ਵਿੱਚ ਕੁਛ ਚੀਜ਼ ਲਿਖਦੇ ਨੇ, ਉਹ ਜਿਹੜੀ ਉਹਨਾਂ ਨੇ ਪੂਰੀ ਕਰਨੀ ਆ, ਜਿਹੜੀ ਲੋਕਾਂ ਦੀ ਭਲਾਈ ਵਾਸਤੇ ਆ ਜਾਂ ਨਹੀਂ ਕਰਨੀ, ਉਹ ਇੱਕ ਸਾਈਡ ਤੇ ਅਲੱਗ ਆ। ਪਰ ਜਿਹੜਾ ਉਹਨਾਂ ਦਾ ਮੇਨ ਏਜੰਡਾ ਹੁੰਦਾ, ਉਸ ਤੋਂ ਕਦੀ ਵੀ ਭਟਕਦੇ ਨਹੀਂ। ਚਾਹੇ ਦੁਨੀਆ ਦਾ ਮਹਾਮਾਰੀ ਚੱਲ ਰਹੀ ਹੋਵੇ, ਚਾਹੇ ਦੁਨੀਆ ਪਲਟ ਰਹੀ ਹੋਵੇ, ਚਾਹੇ ਕੁਛ ਹੋ ਰਹੇ ਆ, ਉਹ ਆਪਣੇ ਜਿਹੜੇ ਏਜੰਡੇ ਤੋਂ ਇੱਧਰ ਉੱਧਰ ਜਿਹੜਾ ਹੈ ਉਹ ਬਿਲਕੁਲ ਨਹੀਂ ਹੁੰਦੇ ਹੈਗੇ। ਤੇ ਅੱਜ ਵੀ ਉਹ ਇਹੀ ਆ ਕਿ ਦੇਸ਼ ਭਾਵੇਂ ਲੁੱਟਿਆ ਗਿਆ, ਲੁੱਟ ਰਹੇ ਨੇ ਰੱਜ ਕੇ, ਬਹੁਤ ਕੁਛ ਹੋ ਰਿਹਾ ਹੈਗਾ, GDP ਕਿੱਥੇ ਜਾ ਰਹੀ ਆ, ਇਹ ਸਾਰੇ ਕੁਛ ਦੇ ਬਾਵਜੂਦ ਉਹ ਆਪਣੇ ਏਜੰਡੇ ਤੋਂ ਜਿਹੜਾ ਹੈ ਇੱਧਰ ਉੱਧਰ ਜਿਹੜਾ ਉਹ ਨਹੀਂ ਹੁੰਦੇ ਹੈਗੇ। ਸੋ ਇਸ ਤਰ੍ਹਾਂ ਦੇ ਨਾਲ ਹੀ ਬਹੁਤ ਸਾਰੀਆਂ ਸਟੇਟਾਂ ਨੇ ਜਿਹੜੀਆਂ, ਉਹਨਾਂ ਸਟੇਟਾਂ ਨੂੰ ਜਿਹੜਾ ਹੈ ਉਹ ਉਹਨਾਂ ਦੀ ਤੋੜਨ ਦਾ ਜਿਹੜਾ ਹੈਗਾ ਉਹ ਅਮਲ ਆਲਮੋਸਟ ਜਿਹੜਾ ਉਹ ਸ਼ੁਰੂ ਹੋ ਚੁੱਕਿਆ। ਇਹ ਕਹਿਣ ਨੂੰ ਗੱਲ ਸਿਰਫ ਜਿਹੜੀ ਆ ਉਹ ਇਸ ਤਰ੍ਹਾਂ ਦੇ ਨਾਲ ਲੱਗਦੀ ਆ, ਜਾਂ ਕਹਿਣ ਨੂੰ ਇਸ ਤਰ੍ਹਾਂ ਦੇ ਨਾਲ ਲੱਗਦੀ ਹੈ ਕਿ ਇਹ ਬਿਲਕੁਲ ਛੋਟੀ ਜੀ ਗੱਲ ਹੈਗੀ ਆ, ਜਿਹੜੀ ਅਸੀਂ ਸ਼ਾਇਦ ਜਿਹੜੇ ਆਪਾਂ ਬੇਪਰਵਾਹ ਜੇ ਹੋ ਕੇ ਧਿਆਨ ਜਿਹੜਾ ਹੈ ਇਸ ਪਾਸੇ ਜਿਹੜਾ ਉਹ ਨਹੀਂ ਦਿੰਦੇ ਹੈਗੇ। ਸੋ ਉਹਦੇ ਖਮਿਆਜੇ ਸਾਨੂੰ ਹੌਲੀ ਹੌਲੀ ਜਿਹੜੇ ਨੇ ਉਹ ਸਮੇਂ ਦਰ ਸਮੇਂ ਭੁਗਤਣੇ ਪਏ ਨੇ, ਤੇ ਗਾਂਹ ਵੀ ਭੁਗਤਣੇ ਪੈਣਗੇ ਅਗਰ ਅਸੀਂ ਇਹਨਾਂ ਚੀਜ਼ਾਂ ਦਾ ਧਿਆਨ ਜਿਹੜਾ ਉਹ ਨਾ ਦਿੱਤਾ। ਤੁਸੀਂ ਪਿੱਛੇ ਜੇ ਇੱਕ ਖਬਰ ਸੁਣੀ ਹੋਏਗੀ, ਅਸੀਂ ਵੀ ਆਪਣੇ ਪਲੇਟਫਾਰਮ ਤੋਂ ਇੱਕ ਚੀਜ਼ ਜਿਹੜੀ ਆ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਕਿ ਜਦੋਂ ਧਾਰਾ 370 ਤੋੜੀ ਗਈ ਸੀ, ਤਾਂ ਜਦੋਂ ਧਾਰਾ 370 ਤੋੜੀ ਗਈ ਸੀ ਤੇ ਸਾਨੂੰ ਇੱਦਾਂ ਮਹਿਸੂਸ ਹੁੰਦਾ ਸੀਗਾ ਕਿ ਜਾਂ ਬਹੁਤ ਲੋਕਾਂ ਨੂੰ ਜਿਹੜਾ ਉਹ ਮਹਿਸੂਸ ਹੁੰਦਾ ਸੀਗਾ ਕਿ ਸ਼ਾਇਦ ਇਹ ਜੇ ਜੰਮੂ ਕਸ਼ਮੀਰ ਦੇ ਨਾਲ ਹੋਇਆ, ਇਹ ਤਾਂ ਬਾਕੀ ਸਟੇਟਾਂ ਦੇ ਨਾਲ ਤਾਂ ਇੱਦਾਂ ਕਦੀ ਹੋ ਨਹੀਂ ਸਕਦਾ ਹੈਗਾ। ਜਦ ਕਿ ਅਜਿਹਾ ਕੁਛ ਜਿਹੜਾ ਹੈ ਉਹ ਨਹੀਂ ਹੋਏਗਾ। ਪਿੱਛੇ ਵੀ ਗੱਲ ਚੱਲਦੀ ਰਹੀ ਹੈਗੀ ਕਿ ਪੰਜਾਬ ਦੀ ਵੀ ਜਿਹੜਾ ਹੈ ਉਹਨੂੰ, ਜਿਹੜਾ ਪੰਜਾਬ ਸਟੇਟ ਹੈਗੀ ਆ, ਉਹਨੂੰ ਵੀ ਹੋਰ ਛੋਟਾ ਕਰਨ ਦੀ ਜਿਹੜੀ ਤਿਆਰੀ ਆ ਉਹ ਇਹਨਾਂ ਦੇ ਏਜੰਡੇ ਦੇ ਵਿੱਚ ਜਿਹੜੀ ਆ ਉਹ ਪੂਰੀ ਤਰ੍ਹਾਂ ਦੇ ਨਾਲ ਇਹਨਾਂ ਨੇ ਕੀਤੀ ਆ। ਵਿੱਚ ਐਜੀਟੇਸ਼ਨ ਚੱਲ ਪਈ, ਕਿਸਾਨ ਅੰਦੋਲਨ ਜਿਹੜਾ ਹੈ ਉਹ ਖੜਾ ਹੋ ਗਿਆ। ਕੁਛ ਨਹੀਂ ਤਾਂ ਇਹ ਤਿਆਰੀ 'ਚ ਬੈਠੇ ਸੀਗੇ ਕਿ ਜੰਮੂ ਦੇ ਨਾਲ ਇੱਕ ਸਟੇਟ ਹੋਰ ਜਿਹੜੀ ਆ ਉਹ ਜੋੜ ਕੇ ਤੇ ਇਹ ਜਿਹੜੀ ਜੰਮੂ ਵਾਲਾ ਦੇ ਨਾਲ ਬੈਲਟ ਹੈਗੀ ਆ, ਪਠਾਨਕੋਟ ਹੈਗਾ, ਗੁਰਦਾਸਪੁਰ ਹੈਗਾ, ਮਕੇਰੀਆਂ ਹੈਗਾ, ਈਵਨ ਦਨ ਕਿ ਜਲੰਧਰ ਦਾ ਕੁਛ ਪਾਰਟ ਜਿਹੜਾ ਉਹ ਜੋੜ ਕੇ ਤੇ ਇੱਕ ਜਿਹੜਾ ਹੈ ਇੱਕ ਅਲੱਗ ਸਟੇਟ ਇੱਥੋਂ ਜਿਹੜੀ ਆ ਉਹ ਕੱਢ ਦਿੱਤੀ ਜਾਵੇ, ਜਿਹੜੀ ਯੂਨੀਅਨ ਟੈਰੀਟਰੀ ਬਣਾ ਕੇ ਤੇ ਉਹ ਸਿੱਧੀ ਸੈਂਟਰ ਦੇ ਨਾਲ ਜਿਹੜੀ ਆ ਉਹ ਅਟੈਚ ਕਰ ਦਿੱਤੀ ਜਾਵੇ। ਸੋ ਕਹਿਣ ਦਾ ਭਾਵ ਕਿ ਪੰਜਾਬ ਤਾਂ ਅੱਗੇ ਹੀ, ਜਦੋਂ ਅਸੀਂ ਪੰਜਾਬੀ ਸੂਬੇ ਦੀ ਗੱਲ ਕਰਦੇ ਹਾਂ, ਪਹਿਲਾਂ ਸੂਬੀ ਫੜੀ ਗਈ ਸਾਡੇ ਹੱਥ ਦੇ ਵਿੱਚ, ਫੜਾ ਦਿੱਤੀ ਗਈ, ਤੇ ਉਸ ਨੂੰ ਵੀ ਅਸੀਂ ਰੋਂਦੇ ਕਰਲਾਉਂਦੇ ਹੋਏ ਐਕਸੈਪਟ ਹੀ ਕਰਨਾ ਪਿਆ ਉਸ ਚੀਜ਼ ਨੂੰ, ਹੋਰ ਕੋਈ ਤੁਹਾਡੇ ਕੋਲ ਚਾਰਾ ਹੀ ਨਹੀਂ ਰਹਿ ਜਾਂਦਾ ਹੈਗਾ। ਸੋ ਜਦੋਂ ਤੁਸੀਂ ਇਹ ਚੀਜ਼ਾਂ ਕਰ ਲਈਆਂ ਤੇ ਇਹ ਚੀਜ਼ਾਂ ਗਈਆਂ ਹੋ, ਤੇ ਇਸ ਤੋਂ ਬਾਅਦ ਕੀ ਹੋਇਆ ਬੀਤਿਆ ਕਿ ਇਹ ਜਿਹੜੀਆਂ ਚੀਜ਼ਾਂ ਨੇ ਹੁਣ ਸਾਡੇ ਸਾਹਮਣੇ ਫੇਰ ਆ ਰਹੀਆਂ ਹੈਗੀਆਂ ਨੇ। ਇਸ ਤਰ੍ਹਾਂ ਦੇ ਨਾਲ ਹੀ ਅੱਜ ਆਪਾਂ ਸੋਚਦੇ ਹੈਗੇ ਆ ਕਿ ਯੂਪੀ ਜਿਹੜਾ ਹੈਗਾ ਬਹੁਤ ਵੱਡਾ ਹੈਗਾ, ਤੇ ਉਸ ਨੂੰ ਵੀ ਇਹ ਲੱਗਦਾ ਕਿ 2024 ਤੋਂ ਪਹਿਲਾਂ ਇਹਨੂੰ ਵੀ ਜਿਹੜਾ ਹੈ ਉਹ ਡਿਵਾਈਡ ਕਰਨ ਦੇ ਜਿਹੜੇ ਨੇ ਉਹ ਮੂਡ 'ਚ ਬੈਠੇ ਹੋਏ ਨੇ। ਮੂਡ 'ਚ ਨਹੀਂ ਬੈਠੇ, ਇਹਨਾਂ ਨੇ ਆਪਣੇ ਮੇਨ ਏਜੰਡੇ ਔਰ ਪਲੈਨਿੰਗ ਦੇ ਵਿੱਚ ਇਹ ਚੀਜ਼ਾਂ ਰੱਖੀਆਂ ਹੋਈਆਂ ਨੇ। ਜਿਹੜੇ ਦੱਖਣ ਦੇ ਲੋਕ ਨੇ ਉਹ ਇਸ ਚੀਜ਼ ਤੋਂ ਜ਼ਿਆਦਾ ਅਵੇਅਰ ਨੇ। ਉਹ ਲੋਕ ਸਾਡੇ ਨਾਲੋਂ, ਯਾਨੀ ਕਿ ਜਿਹੜਾ ਨਾਰਥ ਜਿਹੜਾ ਸਾਡਾ ਪਾਰਟ ਹੈਗਾ, ਉਹ ਸਾਡੇ ਨਾਲੋਂ ਕਿਤੇ ਜ਼ਿਆਦਾ ਉਹਨਾਂ ਦੇ ਵਿੱਚ ਅਵੇਅਰਨੈਸ ਹੈਗੀ ਆ। ਉਹ
ਐਵੇਂ ਕਿਹਾ ਜਾ ਸਕਦਾ ਕਿ ਉਧਰ ਦੇ ਲੋਕ ਜਿਹੜੇ ਨੇ ਉਹ ਜ਼ਿਆਦਾ ਜਾਗਰੂਕ ਨੇ, ਜ਼ਿਆਦਾ ਪੜ੍ਹੇ ਲਿਖੇ ਵੀ ਨੇ, ਜ਼ਿਆਦਾ ਇਸ ਚੀਜ਼ ਨੂੰ ਜਿਹੜੀ ਇੰਡੀਅਨ ਪੋਲੀਟਿਕਸ ਹੈਗੀ ਆ, ਜਿਹੜੀ ਸੈਂਟਰ ਦੀ ਪੋਲੀਟਿਕਸ ਆ, ਉਹਨੂੰ ਬਹੁਤ ਚੰਗੀ ਤਰ੍ਹਾਂ ਦੇ ਨਾਲ ਅੰਡਰਸਟੈਂਡ ਕਰਦੇ ਆ। ਸਾਡੇ ਜਿਹੜੇ ਲੋਕ ਨੇ ਉਹ ਇੰਨੀ ਜ਼ਿਆਦਾ ਅੰਡਰਸਟੈਂਡਿੰਗ ਨਾ ਹੋਣ ਦਾ ਕਾਰਨ ਸਿਰਫ ਇਹ ਆ ਕਿ ਅਸੀਂ ਜਾਂ ਤਾਂ ਬੰਦੇ ਤੇ ਜਾਂ ਪਾਰਟੀਆਂ ਦੇ ਜਿਹੜੇ ਹੈ ਉਹ ਮਗਰ ਲੱਗ ਕੇ ਹੁਣ ਤੱਕ ਆਪਣਾ ਜਿਹੜਾ ਉਹ ਲਗਾਤਾਰਤਾ ਦੇ ਨਾਲ ਨੁਕਸਾਨ ਜਿਹੜਾ ਉਹ ਕਰਾਉਂਦੇ ਆ ਰਹੇ ਹੈਗੇ ਆ। ਇਹ ਨਹੀਂ ਕਿ ਉਹਨਾਂ ਨਾਲ ਇਹ ਚੀਜ਼ ਨਹੀਂ ਵਾਪਰ ਰਹੀ, ਇਹ ਚੀਜ਼ ਜਿਹੜੀ ਆ ਇਹ ਨਹੀਂ ਕਿਹਾ ਜਾ ਸਕਦਾ ਕਿ ਉਹਨਾਂ ਨਾਲ ਇਹ ਚੀਜ਼ ਹੋ ਨਹੀਂ ਰਹੀ ਹੈਗੀ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਜਦੋਂ ਇੱਕ ਸਟੇਟ ਜਿਹੜੀ ਪਾਵਰ ਸੈਂਟਰਲਾਈਜ਼ ਹੋ ਜਾਂਦੀ ਹੈਗੀ ਆ ਤੇ ਉਹ ਸਾਰੀ ਪਾਵਰ ਇੱਕ ਜਗ੍ਹਾ ਦੇ ਉੱਤੇ ਅਕਮੂਲੇਸ਼ਨ ਕਰ ਲੈਂਦੇ ਆ, ਇੱਕ ਜਗ੍ਹਾ ਤੇ ਇਕੱਠਾ ਕਰ ਲੈਂਦੇ ਹੈਗੇ ਆ, ਤਾਂ ਫਿਰ ਉਸ ਇਕੱਠੇ ਹੋਈ ਪਾਵਰ ਨੂੰ ਉਹ ਸਾਰੇ ਹੀ ਪ੍ਰਦੇਸ਼ਾਂ ਦੇ ਵਿੱਚ ਉਸੇ ਤਰ੍ਹਾਂ ਦੇ ਨਾਲ ਜਿਹੜਾ ਹੈ ਉਹ ਲਾਗੂ ਜਿਹੜਾ ਉਹ ਕਰਦੇ ਹੈਗੇ ਨੇ। ਸੋ ਇਹ ਵੀ ਇੱਕ ਜਿਹੜੀ ਸਾਡੀ ਬਦਕਿਸਮਤੀ ਕਹਿ ਲਈਏ ਕਿ ਜਦੋਂ ਕਿਸੇ ਸਟੇਟ ਦੇ ਉੱਤੇ ਕੋਈ ਕਿਸੇ ਕਿਸਮ ਦੀ ਤਲਵਾਰ ਡਿੱਗਦੀ ਆ ਨਾ, ਤੇ ਅਸੀਂ ਸੋਚਦੇ ਹਾਂ ਕਿ ਫਲਾਣੇ ਤੇ ਡਿੱਗੀ ਆ, ਸਾਡੇ ਤੇ ਇਹ ਚੀਜ਼ ਜਿਹੜੀ ਆ ਹੋ ਨਹੀਂ ਸਕਦੀ, ਸਾਨੂੰ ਕੋਈ ਇਸ ਚੀਜ਼ ਦਾ, ਜਾਂ ਸਿੱਧਾ ਪੰਜਾਬੀ 'ਚ ਕਹਿਣਾ ਹੋਵੇ ਤੇ ਸਾਨੂੰ ਕੀ ਲੱਗੇ, ਬਸ ਸਪਸ਼ਟ ਜੀ ਗੱਲ ਆ ਕਿ ਸਾਨੂੰ ਕੀ ਲੱਗੇ, ਉਹਨਾਂ ਨਾਲ ਹੋਇਆ ਆਪੇ ਨਿਬੜਨ। ਸੋ ਇਸ ਤਰ੍ਹਾਂ ਕਰਦਿਆਂ ਦੇ ਨਾਲ ਹੀ ਜਿਹੜੀ ਸੈਂਟਰ ਹੈ, ਜਿਹੜੀ ਸਟੇਟ ਹੈ, ਸਟੇਟ ਦੀ ਪਾਵਰ ਜਿਹੜੀ ਹੈਗੀ ਆ, ਉਹ ਲੋਕ ਸਟਰੋਂਗ ਹੁੰਦੇ ਗਏ। ਡਜ਼ਨਟ ਮੈਟਰ ਇਸ ਤੋਂ ਪਹਿਲਾਂ ਜਿਹੜੇ ਉਹ ਲੋਕ ਸੀਗੇ ਕਿ ਉਹ ਉੱਥੇ ਕੋਈ ਹੋਰ ਸੱਤਾ ਹਾਕਮ ਤੇ ਕਾਬਜ਼ ਸੀ, ਅੱਜ ਕੋਈ ਹੋਰ ਜਿਹੜੇ ਨੇ ਉਹ ਕਾਬਜ਼ ਨੇ। ਇਹ ਚੀਜ਼ ਦਾ ਫਰਕ ਜਿਹੜਾ ਉਹ ਬਿਲਕੁਲ ਨਹੀਂ ਹੁੰਦਾ ਹੈਗਾ। ਪ੍ਰੋਗਰਾਮ ਇਸ ਤਰ੍ਹਾਂ ਦੇ ਨਾਲ ਜਾਰੀ ਰਹੇਗਾ। ਵਕਫਾ ਹੋ ਗਿਆ ਜੀ ਇੱਕ ਬ੍ਰੇਕ ਦਾ, ਬ੍ਰੇਕ ਤੋਂ ਆਪਾਂ ਦੁਬਾਰਾ ਜਿਹੜਾ ਹੈ ਉਹ ਵਾਪਸ ਆਉਂਦੇ ਹਾਂ ਤੇ ਫਿਰ ਅੱਗੇ ਪ੍ਰੋਗਰਾਮ ਨੂੰ ਜਿਹੜਾ ਹੈ ਵਧਾਉਂਦੇ ਹਾਂ। ਮਿਲਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਵਕਤ ਬਦਲ ਚੁੱਕਾ ਹੈ ਤੇ ਵਕਤ ਦੇ ਨਾਲ ਬਦਲ ਚੁੱਕੇ ਨੇ ਐਂਟਰਟੇਨਮੈਂਟ ਦੇ ਸਾਧਨ ਵੀ। ਹੁਣ ਕੇਬਲ, ਸੈਟੇਲਾਈਟ ਜਾਂ IPTV ਬਾਕਸ ਦੀ ਕੋਈ ਜ਼ਰੂਰਤ ਨਹੀਂ। ਆਪਣਾ ਸਮਾਰਟਫੋਨ ਚੁੱਕੋ ਅਤੇ ਐਪ ਸਟੋਰ ਜਾਂ ਗੂਗਲ ਪਲੇ ਸਟੋਰ ਤੋਂ ਅੱਜ ਹੀ ਡਾਊਨਲੋਡ ਕਰੋ eBaba ਐਂਟਰਟੇਨਮੈਂਟ ਐਪ। ਕਾਸਟ ਡੋਂਗਲ ਦੀ ਮਦਦ ਨਾਲ ਤੁਸੀਂ ਆਪਣੇ ਪਸੰਦੀਦਾ ਟੀਵੀ ਚੈਨਲਸ ਜਾਂ ਮੂਵੀਜ਼ ਆਪਣੇ ਟੀਵੀ ਤੇ ਵੀ ਦੇਖ ਸਕਦੇ ਹੋ ਅਤੇ ਡਰਾਈਵ ਕਰਦੇ ਵੇਲੇ ਬਲੂਟੁੱਥ ਨਾਲ ਰੇਡੀਓ ਵੀ ਸੁਣ ਸਕਦੇ ਹੋ। eBaba ਐਂਟਰਟੇਨਮੈਂਟ ਐਪ ਐਂਡਰੋਇਡ ਟੀਵੀ ਅਤੇ ਸੈਟ ਟੌਪ ਬਾਕਸ ਗੂਗਲ ਪਲੇ ਸਟੋਰ ਤੇ ਉਪਲਬਧ ਹਨ। ਸੋ ਜਲਦੀ ਤੋਂ ਜਲਦੀ ਖੁਦ ਵੀ ਇਹ ਐਪ ਡਾਊਨਲੋਡ ਕਰੋ ਅਤੇ ਆਪਣੇ ਫੈਮਿਲੀ ਫਰੈਂਡਸ ਨਾਲ ਵੀ ਇਹ ਜਾਣਕਾਰੀ ਸ਼ੇਅਰ ਕਰੋ। eBaba ਐਂਟਰਟੇਨਮੈਂਟ ਐਪ। ਜੇਕਰ ਤੁਸੀਂ ਕੋਈ ਆਪਣਾ ਘਰ ਵੇਚਣਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਘਰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡਾ ਸੁਪਨੇ ਨੂੰ ਪੂਰਾ ਕਰਨਗੇ ਵਿੱਕੀ ਸਿੰਘ। ਸੋ ਵਿੱਕੀ ਸਿੰਘ ਹੋਣਾ ਨਾਲ ਤੁਸੀਂ ਬੈਠੋ, ਉਹਨਾਂ ਨਾਲ ਇੱਕ ਮੀਟਿੰਗ ਕਰੋ, ਤੁਹਾਡੇ ਘਰ ਦੇ ਵਧੀਆ ਡਾਲਰ ਦਵਾ ਸਕਦੇ ਨੇ। ਅਗਰ ਤੁਸੀਂ ਕੋਈ ਫਸਟ ਟਾਈਮ ਬਾਇਰ ਹੋ, ਤੁਸੀਂ ਵਧੀਆ ਪ੍ਰਾਪਰਟੀ ਲੱਭ ਰਹੇ ਹੋ ਤੇ ਉਹਨਾਂ ਨਾਲ ਬੈਠ ਕੇ ਮੀਟਿੰਗ ਕਰੋ, ਤੁਹਾਡੇ ਬਜਟ ਦੇ ਅਕੋਰਡਿੰਗ ਟੂ ਤੁਹਾਨੂੰ ਵਧੀਆ ਘਰ ਦਿਵਾਉਣਗੇ। ਸੋ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਨੇ। ਉਹਨਾਂ ਦਾ ਕੰਟੈਕਟ ਨੰਬਰ ਹੈਗਾ 3659990709 ਦੇ ਉੱਤੇ, 365 999 0709 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਰਾਇਲੇ ਪੇਜ ਨਾਲ ਕੰਮ ਕਰਦੇ ਨੇ, ਬੈਠ ਕੇ ਮੀਟਿੰਗ ਕਰੋ। ਅਗਰ ਕੋਈ ਇਨਵੈਸਟਮੈਂਟ ਪ੍ਰਾਪਰਟੀ ਵੀ ਲੱਭ ਰਹੇ ਹੋ ਤਾਂ ਵੀ ਤੁਹਾਡੀ ਜਿਹੜੀ ਹੈ ਉਸ ਲੋੜ ਨੂੰ ਪੂਰਾ ਕੀਤਾ ਜਾ ਸਕਦਾ ਹੈਗਾ। ਸੋ ਸੰਪਰਕ ਕਰੋ ਉਹਨਾਂ ਦੇ ਨਾਲ। ਉਹਨਾਂ ਦਾ ਫੋਨ ਨੰਬਰ ਅਗੇਨ 3659990709 ਦੇ ਉੱਤੇ। TV16 टोरंटो देख रहे हैं दर्शकों को सत श्री अकाल। मैं कविन गोपाल लेके आ रही हूँ प्रोग्राम मस्ती विद किड्स। अगर ਤੁਹਾਡੀ ਏਜ 5 to 14 ਹੈ ਫਿਰ ਤੁਸੀਂ ਇਸ ਪ੍ਰੋਗਰਾਮ ਵਿੱਚ ਪਾਰਟਿਸਿਪੇਟ ਕਰ ਸਕਦੇ ਹੋ। ਅਗਰ ਤੁਸੀਂ ਮੇਰੇ ਗੈਸਟ ਬਣਨਾ ਚਾਹੁੰਦੇ ਹੋ contact tv16toronto@gmail.com ਜਾਂ text message or WhatsApp करो 647-528-1016 ਤੇ ਫਿਰ ਮਿਲਦੇ ਆ ਪ੍ਰੋਗਰਾਮ ਮਸਤੀ ਵਿਦ ਕਿਡਸ ਓਨਲੀ ਔਨ TV16 ਟੋਰਾਂਟੋ ਤੇ।
ਬ੍ਰੇਕ ਤੋਂ ਬਾਅਦ ਦਰਸ਼ਕੋ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਜੀ ਖੁੱਲਾ ਸੱਦਾ। ਉਮੀਦ ਕਰਦਾ ਕਿ ਤੁਹਾਨੂੰ ਅੱਜ ਵਾਲਾ ਪ੍ਰੋਗਰਾਮ ਵੀ ਜਿਹੜਾ ਹੈ ਉਹ ਪਸੰਦ ਆ ਰਿਹਾ ਹੋਵੇਗਾ। ਕੋਈ ਆਪਣੀ ਇਨਪੁਟ ਪਾਉਣੀ ਚਾਹੁੰਦੇ ਹੋ ਪ੍ਰੋਗਰਾਮ ਦੇ ਦੌਰਾਨ ਤਾਂ 905 872 5259 ਦੇ ਉੱਤੇ ਸਾਡੇ ਨਾਲ ਜਿਹੜਾ ਹੈ ਪ੍ਰੋਗਰਾਮ 'ਚ ਆਪਣੀ ਸਾਂਝ ਪਾ ਸਕਦੇ ਹੋ। 9058725259 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ ਸਟੂਡੀਓ ਦੇ ਵਿੱਚ। ਇਸ ਟਾਈਮ ਦੇ ਉੱਤੇ ਪ੍ਰੋਗਰਾਮ ਜਿਹੜਾ ਹੈ ਉਹ ਲਾਈਵ ਚੱਲ ਰਿਹਾ, ਜਿੱਥੇ TV ਔਰ ਈ ਬਾਬਾ ਇੰਟਰਟੇਨਮੈਂਟ ਐਪ ਦੇ ਉੱਤੇ ਤੁਸੀਂ ਪ੍ਰੋਗਰਾਮ ਵੇਖ ਸਕਦੇ ਹੋ। ਉਸ ਤਰ੍ਹਾਂ TV16 ਟੋਰਾਂਟੋ ਦੀ ਐਂਡਰਾਇਡ ਐਪ ਦੇ ਉੱਤੇ ਪ੍ਰੋਗਰਾਮ ਦੇਖਿਆ ਜਾ ਰਿਹਾ, ਔਰ ਇਸ ਤੋਂ ਇਲਾਵਾ ਤੁਸੀਂ ਫੇਸਬੁੱਕ ਦੇ ਉੱਤੇ ਲਾਈਵ ਜਿਹੜਾ ਹੈ ਇਸ ਟਾਈਮ ਦੇ ਉੱਤੇ ਵੇਖ ਰਹੇ ਹੋ। YouTube ਚੈਨਲ ਸਾਡਾ ਜ਼ਰੂਰ ਸਬਸਕ੍ਰਾਈਬ ਕਰ ਲਓ। ਅਸੀਂ ਦੁਬਾਰਾ 3 ਜਾਂ 4 ਘੰਟੇ ਬਾਅਦ ਪ੍ਰੋਗਰਾਮ ਨੂੰ ਅਪਲੋਡ ਜਿਹੜਾ ਹੈ ਉਹ ਕਰ ਦਿੰਦੇ ਹਾਂ। ਉਸ ਦੇ ਉੱਤੇ ਸਾਡਾ ਜ਼ਰੂਰ ਚੈਨਲ ਸਬਸਕ੍ਰਾਈਬ ਕਰੋ ਔਰ ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਆ ਕਰੋ। ਆਓ ਪ੍ਰੋਗਰਾਮ ਨੂੰ ਅੱਗੇ ਜਿਹੜਾ ਹੈ ਉਹ ਵਧਾਉਂਦੇ ਹਾਂ। ਮੈਂ ਗੱਲਬਾਤ ਕਰ ਰਿਹਾ ਸੀਗਾ ਕਿ ਜਦੋਂ ਕਿਸੇ ਦੇ ਉੱਤੇ ਕੋਈ ਜਿਹੜੀ ਆ ਤਲਵਾਰ ਡਿੱਗਦੀ ਹੈ ਤੇ ਸਾਨੂੰ ਇਹ ਸਮਝਣਾ ਚਾਹੀਦਾ ਕਿ ਸਾਡੇ ਤੇ ਵੀ ਜਿਹੜਾ ਹੈ ਉਹ ਸਮਾਂ ਕੋਈ ਦੂਰ ਨਹੀਂ ਹੈ। ਜਦੋਂ J&K ਦੇ ਉੱਤੇ ਸਾਰਾ ਕੁਝ ਹੋਇਆ, ਜੰਮੂ ਐਂਡ ਕਸ਼ਮੀਰ ਦੇ ਉੱਤੇ ਹੋਇਆ, ਧਾਰਾ 370 ਤੋੜੀ ਗਈ ਤੇ ਕੁਝ ਕੁ ਬੰਦਿਆਂ ਨੇ ਇਸ ਚੀਜ਼ ਦਾ ਜਿਹੜਾ ਹੈ ਉਹ ਚੰਗੀ ਤਰ੍ਹਾਂ ਦੇ ਨਾਲ ਨੋਟਿਸ ਲਿਆ, ਬਹੁਤ ਕੁਝ ਬੋਲੇ ਤੇ ਕਈ ਲੋਕਾਂ ਦੀ ਇਹ ਸੋਚਣੀ ਸੀਗੀ, ਖਾਸ ਤੌਰ ਦੇ ਉੱਤੇ ਕੁਝ ਮੀਡੀਆ ਦੀ ਇਹ ਸੋਚਣੀ ਸੀ, ਖਾਸ ਤੌਰ ਦੇ ਉੱਤੇ ਉਹਨਾਂ ਲੋਕਾਂ ਦੀ ਇਹ ਸੋਚਣੀ ਸੀ ਜਿਨ੍ਹਾਂ ਨੇ ਦਿਮਾਗ ਆਪਣਾ ਜਿਹੜਾ ਹੈ ਉਹ ਖੋਲ੍ਹ ਕੇ ਨਹੀਂ ਰੱਖਿਆ ਹੋਇਆ, ਬੰਦ ਕਰਕੇ ਰੱਖਿਆ ਹੋਇਆ। ਉਹ ਕਹਿੰਦੇ ਸੀਗੇ ਕਿ ਸਾਨੂੰ ਉਹਦੇ ਵਿੱਚ ਬੋਲਣਾ ਨਹੀਂ ਚਾਹੀਦਾ। ਖਾਸ ਤੌਰ ਦੇ ਉੱਤੇ ਪੰਜਾਬੀਆਂ ਨੂੰ ਕੀ ਲੋੜ ਹੈਗੀ ਬੋਲਣ ਦੀ? ਹਰ ਜਗ੍ਹਾ ਦੇ ਉੱਤੇ ਇਹ ਜਿਹੜੇ ਨੇ ਉਹ ਬੋਲਦੇ ਹੈਗੇ ਨੇ, ਇਹਨਾਂ ਨੂੰ ਲੋੜ ਨਹੀਂ ਹੈ ਬੋਲਣ ਦੀ। ਇਹ ਮੈਂ ਬਹੁਤ ਸਾਰੇ ਪਲੇਟਫਾਰਮਾਂ ਦੇ ਉੱਤੋਂ ਖੁਦ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਤੇ ਕੰਨਾਂ ਦੇ ਨਾਲ ਇਹ ਚੀਜ਼ ਸੁਣੀ ਸੀ। ਪਰ ਉਹਨਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਹੈਗਾ ਕਿ ਜਦੋਂ ਕੋਈ ਤਾੜੇ ਹੁੰਦੇ ਮੁਰਗੇ ਨੇ ਨਾ, ਤੇ ਜਦੋਂ ਝਟਕਾਈ ਉਹਨਾਂ ਨੂੰ ਇੱਕ ਜਗ੍ਹਾ ਦੇ ਉੱਤੇ ਹੱਥ ਪਾਉਂਦਾ ਤੇ ਬਾਕੀ ਬਹੁਤ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਕੁੜਕੁੜ ਕਰਦੇ ਪਿੱਛੇ ਹੋ ਜਾਂਦੇ ਨੇ। ਉਹ ਜਿਹਦਾ ਹੱਥ 'ਚ ਪਹਿਲਾਂ ਆ ਜਾਂਦਾ ਉਹਨੂੰ ਘੜੀਸ ਕੇ ਜੇ ਬਾਹਰ ਲੈ ਆਉਂਦਾ ਤੇ ਉਹਨੂੰ ਝਟਕਾ ਦਿੰਦਾ ਉਹ। ਤੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਭਾਈ ਇਹ ਕੱਲ੍ਹ ਨੂੰ ਵਾਰੀ ਸਾਡੀ ਵੀ ਜਿਹੜੀ ਆ ਉਹ ਆਉਣੀ ਹੈਗੀ ਆ। ਇਹ ਸਾਡਾ ਜਿਹੜਾ ਹੈ ਉਹ ਥੱਲੇ ਨੂੰ ਮੂੰਹ ਕਰਕੇ ਕੁੜਕੁੜ ਕੀਤਿਆਂ ਜਾਂ ਸਾਈਡ ਤੇ ਨੁਕਰੇ ਲੱਗਿਆਂ ਗੱਲਬਾਤ ਜਿਹੜੀ ਆ ਉਹ ਬਣਨੀ ਨਹੀਂ ਹੈਗੀ। ਸੋ ਸੈਂਟਰ ਕਿੰਨਾ ਸਟਰੋਂਗ ਹੋ ਗਿਆ ਡੇ ਬਾਈ ਡੇ, ਜਿਹੜੀ ਉਹਨਾਂ ਦਾ ਏਜੰਡਾ ਹੈਗਾ, ਤੇ ਸਟੇਟਾਂ ਕਿੰਨੀਆਂ ਜਿਹੜੀਆਂ ਨੇ ਉਹ ਵੀਕ ਹੋ ਗਈਆਂ, ਕਮਜ਼ੋਰ ਹੋ ਗਈਆਂ, ਪੱਲੇ ਕੁਛ ਨਹੀਂ ਰਿਹਾ। ਬਹੁਤ ਐਗਜ਼ਾਮਪਲਾਂ ਜਿਹੜੀਆਂ ਨੇ ਦਿੱਤੀਆਂ ਜਾ ਸਕਦੀਆਂ ਨੇ। ਰੀਸੈਂਟ ਐਗਜ਼ਾਮਪਲ ਲਾ ਲਓ ਤੁਸੀਂ। ਸਟੇਟਾਂ ਕੀ ਕਰ ਰਹੀਆਂ ਨੇ? ਸਟੇਟਾਂ ਦੇ ਹੱਥ ਪਾਵਰ ਕੀ ਆ? ਪਹਿਲਾਂ ਤਾਂ ਜਿਹੜੇ ਸਟੇਟਾਂ ਦੇ ਜਿਹੜੇ ਬੰਦੇ, ਜਿਹੜੇ ਨੁਮਾਇੰਦੇ ਨੇ, ਜਿਨ੍ਹਾਂ ਨੂੰ ਅਸੀਂ ਚੁਣਦੇ ਹਾਂ, ਜਿਨ੍ਹਾਂ ਨੂੰ ਅਸੀਂ ਮੁੱਖ ਮੰਤਰੀ ਕਹਿੰਦੇ ਹਾਂ ਜਾਂ ਮੰਤਰੀ ਕਹਿੰਦੇ ਹਾਂ, ਜਾਂ ਅਸੀਂ ਜਿਹੜਾ ਹੈ ਲੋਕ ਸਭਾ ਵਾਸਤੇ ਭੇਜਦੇ ਹੈਗੇ ਆ, ਜਾਂ ਅਸੀਂ ਜਿਹੜਾ ਹੈ ਉਹਨਾਂ ਨੂੰ ਚੁਣ ਕੇ ਆਪਾਂ MP ਜਿਹੜਾ ਹੈ ਉਹ ਸੈਂਟਰ ਦੇ ਵਿੱਚ ਭੇਜਦੇ ਆ, ਉਹਨਾਂ ਦੀ ਵਕਤ ਤੇ ਕਿੰਨੀ ਕੁ ਉਹਨਾਂ ਕੋਲ ਪਾਵਰ ਹੈਗੀ ਆ, ਇਹਦੇ ਤੇ ਜਿਹੜਾ ਹੈ ਸਾਨੂੰ ਸੋਚਣਾ ਪਏਗਾ। ਉਹਨਾਂ ਕੋਲ ਕੋਈ ਪਾਵਰ ਉਹਨਾਂ ਨੇ ਜਿਹੜੀ ਆ ਉਹ ਨਹੀਂ ਰਹਿਣ ਦਿੱਤੀ ਹੈਗੀ। ਖਾਸ ਤੌਰ ਦੇ ਉੱਤੇ ਪੰਜਾਬ ਦੀਆਂ 13 ਸੀਟਾਂ ਕਿਸੇ ਨਾ ਉਹ ਕੰਮ ਦੀਆਂ ਉਹ ਸਮਝਦੇ ਨੇ। ਉਹਨਾਂ ਵਾਸਤੇ ਇਹ ਐਗਜ਼ਿਸਟ ਹੀ ਨਹੀਂ ਕਰਦੀਆਂ ਚੀਜ਼ਾਂ, ਕਿਉਂਕਿ ਉਹ ਕਹਿੰਦੇ ਜੀ 12-13 ਨਾਲ ਸਾਨੂੰ ਕੋਈ ਫਰਕ ਜਿਹੜਾ ਉਹ ਨਹੀਂ ਪੈਂਦਾ ਹੈਗਾ, ਤੇ ਨਾ ਅਸੀਂ ਫਰਕ ਪਾ ਸਕਦੇ ਹਾਂ ਤੇ ਨਾ ਪੈਣਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ। ਇਸ ਤੋਂ ਇਲਾਵਾ ਜੇ ਸਾਡੇ ਜਿਹੜੇ MLA ਨੇ ਜਾਂ ਸਾਡਾ ਕਿਸੇ ਸਟੇਟ ਦਾ ਚੀਫ ਮਿਨਿਸਟਰ ਆ, ਉਹਦੀ ਪਾਵਰ ਕੀ ਆ? ਉਹਦੇ ਕੋਲ ਕੀ ਪਾਵਰ ਛੱਡੀ ਆ ਸੈਂਟਰ ਨੇ? ਐਜੂਕੇਸ਼ਨ ਡਿਪਾਰਟਮੈਂਟ ਜਿਹੜਾ ਸੀਗਾ ਉਹ ਵੀ ਨਹੀਂ ਜਿਹੜਾ ਰਹਿਣ ਦਿੱਤਾ। ਤੁਸੀਂ ਆਪਣੀ ਮਰਜ਼ੀ ਨਾਲ ਬੱਚਿਆਂ ਨੂੰ ਐਜੂਕੇਸ਼ਨ ਵੀ ਜਿਹੜੀ ਆ ਸਟੇਟ ਜਿਹੜੀ ਆ ਉਹ ਪ੍ਰੋਵਾਈਡ ਨਹੀਂ ਕਰ ਸਕਦੀ ਹੈਗੀ। ਜੋ ਸੈਂਟਰ ਦੇ ਰੂਲਸ ਐਂਡ ਰੈਗੂਲੇਸ਼ਨ ਨੇ ਉਹ ਲਾਗੂ ਕਰਦਾ ਤੇ ਉਹ ਜਿਹੜੀਆਂ ਚੀਜ਼ਾਂ ਨੇ ਉਹ ਜਿਹੜੀਆਂ ਨੇ ਉਹ ਥੋਪ ਦਿੰਦਾ। ਤੁਸੀਂ ਆਪਣੇ ਬੱਚਿਆਂ ਨੂੰ ਕੀ ਪੜ੍ਹਾਉਣਾ, ਤੁਸੀਂ ਆਪਣੀ ਸਟੇਟ ਦਾ ਕਿੱਦਾਂ ਦੇ ਨਾਲ ਕਲਚਰ ਦੇਣਾ ਹੈਗਾ, ਆਪਣੀ ਸਟੇਟ ਦੀਆਂ ਤੁਸੀਂ ਜਿਹੜੀਆਂ ਉਹਦੇ ਨਾਲ ਸੰਬੰਧਿਤ ਰਿਲੇਟਡ ਉਹਦੇ ਨਾਲ ਜਿਹੜੀਆਂ ਚੀਜ਼ਾਂ ਕੀ ਪੜ੍ਹਾਉਣੀਆਂ ਨੇ, ਆਪਣੀ ਹਿਸਟਰੀ ਨੂੰ ਕਿਵੇਂ ਪੜ੍ਹਾਉਣਾ, ਉਹ ਵੀ ਤੁਹਾਡੇ ਦੇ ਉੱਤੇ ਪਾਬੰਦੀਸ਼ੁਦਾ ਨੇ। ਸਾਰਾ ਕੁਝ ਤੁਸੀਂ ਕੀ ਪੜ੍ਹਾਉਣਾ ਹੈਗਾ ਉਹ ਜੋ ਚਾਹਣਗੇ, ਜਿਹੜਾ ਕੋਈ ਚਾਹਣਗੇ ਸਿਲੇਬਸ 'ਚ ਪਾ ਦੇਣਗੇ, ਜਿਹੜਾ ਕੋਈ ਚਾਹਣਗੇ ਸਿਲੇਬਸ 'ਚੋਂ ਕੱਢ ਦੇਣਗੇ। ਇਹ ਸਾਡੀ ਐਜੂਕੇਸ਼ਨ ਆ, ਜਿੱਥੋਂ ਸਾਡੀ ਜੜ ਜਿਹੜੀ ਆ ਉਹ ਸ਼ੁਰੂਆਤ ਹੁੰਦੀ ਆ, ਜਿਹੜੀ ਅਸੀਂ ਐਜੂਕੇਸ਼ਨ ਜਿਹੜੀ ਆ ਉਹ ਦੇਣੀ ਆ ਬੱਚਿਆਂ ਨੂੰ।
ਸੋ ਇੱਥੇ ਇੱਕ ਸਵਾਲ ਬੜੇ ਲੋਕ ਕਰਦੇ ਨੇ ਕਿ ਸਾਡੇ ਜਿਹੜੀ ਐਜੂਕੇਸ਼ਨ ਹੈਗੀ ਆ, ਅਸੀਂ ਐਜੂਕੇਟਡ ਕਰ ਦਈਏ ਬੱਚਿਆਂ ਨੂੰ, ਬਹੁਤ ਵੈਲ ਐਜੂਕੇਟਡ ਕਰ ਦਈਏ, ਚੰਗੀਆਂ ਪੋਸਟਾਂ ਦੇ ਉੱਤੇ ਪਹੁੰਚਾ ਦਈਏ, ਤੇ ਫਿਰ ਜਿਹੜਾ ਹੈ ਉਹ ਪੰਜਾਬ ਦਾ ਸ਼ਾਇਦ ਭਲਾ ਹੋ ਸਕਦਾ ਹੈਗਾ। ਹੁਣ ਇੱਥੇ ਇੱਕ ਸਵਾਲ ਪੈਦਾ ਹੋ ਜਾਂਦਾ ਕਿ ਜਿੰਨੇ ਅਸੀਂ ਐਜੂਕੇਟਡ ਬੰਦੇ ਪੈਦਾ ਕੀਤੇ, ਮੈਂ ਇਹ ਨਹੀਂ ਕਹਿੰਦਾ ਕਿ ਮੈਂ ਐਜੂਕੇਸ਼ਨ ਦੇ ਕੋਈ ਜਿਹੜਾ ਹੈ ਉਹ ਖਿਲਾਫ ਹੈਗਾ, ਐਜੂਕੇਸ਼ਨ ਹੋਣੀ ਮਸਟ ਆ, ਬਹੁਤ ਜ਼ਰੂਰੀ ਆ, ਪਰ ਸਵਾਲ ਇੱਥੇ ਪੈਦਾ ਹੁੰਦਾ ਕਿ ਐਜੂਕੇਸ਼ਨ ਲੈ ਕਿਹੜੀ ਰਹੇ ਆ ਆਪਾਂ। ਕੀ ਸਾਨੂੰ ਸਾਡੀ ਜਿਹੜੀ ਅਸਲੀ ਐਜੂਕੇਸ਼ਨ ਹੈਗੀ ਆ ਉਹਦੀ ਪ੍ਰਾਪਤੀ ਹੋ ਰਹੀ ਆ? ਕਿ ਸਾਡਾ ਉਹਦੇ 'ਚ ਜਿਹੜਾ ਕਲਚਰ ਇਨਵੋਲਵ ਹੈਗਾ, ਸਾਡਾ ਰਿਲੀਜੀਅਸ ਪੱਖ ਜਿਹੜਾ ਹੈਗਾ ਉਹ ਉਹਦੇ 'ਚ ਇਨਵੋਲਵ ਹੈਗਾ, ਸਾਡੀ ਹਿਸਟਰੀ ਨੂੰ ਚੰਗੀ ਤਰ੍ਹਾਂ ਦੇ ਨਾਲ ਹੂ ਬਹੂ ਸੱਚਾਈ ਸਾਨੂੰ ਪੜ੍ਹਾਈ ਜਾ ਰਹੀ ਹੈਗੀ ਆ, ਕਿ ਜਾਂ ਸਾਨੂੰ ਉਹ ਸਟੇਟ ਦਾ ਕਾਨੂੰਨ ਹੀ ਸਿਰਫ ਜਿਹੜਾ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲਾਗੂ ਕੀਤਾ ਜਾ ਰਿਹਾ, ਜਿੱਥੇ ਸਭ ਤੋਂ ਜ਼ਿਆਦਾ ਸਾਨੂੰ ਸਟੇਟ ਨੂੰ ਜਿਹੜਾ ਮੁੱਖ ਰੱਖ ਦਿੱਤਾ ਗਿਆ, ਤੇ ਜਿਹੜੀ ਹਿਊਮਨ ਜਿਹੜੀ ਹੈਗੀ ਆ, ਹਿਊਮੈਨਿਟੀ ਜਿਹੜੀ ਹੈਗੀ ਆ, ਉਹਨੂੰ ਜਿਹੜਾ ਹੈ ਉਹ ਪਿੱਛੇ ਕਰ ਦਿੱਤਾ ਗਿਆ। ਉਹ ਕਹਿੰਦੇ ਆ ਕਿ ਜੋ ਵੀ ਚੀਜ਼, ਜੇ ਕੋਈ ਚੀਜ਼ ਮਾੜੀ ਚੀਜ਼ ਵਾਪਰ ਗਈ ਤਾਂ ਉਹ ਦੇਸ਼ ਦੇ ਉੱਤੇ ਹਮਲਾ ਹੋ ਗਿਆ। ਦੇਸ਼ ਦੇ ਵਾਸੀ ਜਿਹੜੇ ਨੇ, ਜਿਹੜੇ ਬਸ਼ਿੰਦੇ ਨੇ, ਉਹਨਾਂ ਦੇ ਨਾਲ ਤੁਸੀਂ ਕਿਹੋ ਜਿਹਾ ਵਰਤਾਰਾ ਕਰ ਰਹੀ ਆ ਸਟੇਟ, ਉਹ ਮੈਨੇ ਨਹੀਂ ਰੱਖਦਾ ਹੈਗਾ ਇਹਨਾਂ ਦੇ ਵਾਸਤੇ। ਸੋ ਐਜੂਕੇਸ਼ਨ ਵੀ ਸਾਨੂੰ ਉਹ ਹੀ ਚਾਹੀਦੀ ਸੀਗੀ ਜਿਹੜੀ ਐਜੂਕੇਸ਼ਨ ਸਾਨੂੰ ਆਪਣੇ ਜਿਹੜੇ ਰਾਈਟਸ ਨੇ ਉਹਨਾਂ ਬਾਰੇ ਗਿਆਨ ਦਿੰਦੀ, ਸਾਡੀ ਹਿਸਟਰੀ ਨੂੰ ਚੰਗੀ ਤਰ੍ਹਾਂ ਦੇ ਨਾਲ ਪਰੋਸਿਆ ਜਾਂਦਾ, ਬਾਕੀ ਚੀਜ਼ਾਂ ਨੂੰ ਅਸੀਂ ਇਕੁਅਲ ਨਾਲ ਲੈ ਕੇ ਚੱਲਦੇ, ਜੋ ਇੱਕ ਡੈਮੋਕ੍ਰੇਸੀ ਤੇ ਜੋ ਇਸ ਇੰਡੀਅਨ ਸਟੇਟ ਦਾ ਜਿਹੜਾ, ਜਦੋਂ ਇਹ ਸਟੇਟ ਜਿਹਦਾ ਨਾਮ ਜਿਹੜਾ ਇੰਡੀਆ ਦਿੱਤਾ ਗਿਆ, ਭਾਰਤ ਦਿੱਤਾ ਗਿਆ, ਹਿੰਦੁਸਤਾਨ ਕਿਤੇ ਨਹੀਂ ਦਿੱਤਾ ਗਿਆ, ਐਵੇਂ ਲੋਕ ਹਿੰਦੁਸਤਾਨ ਬੋਲੀ ਜਾਂਦੇ ਆ। ਸੋ ਜਦੋਂ ਇਹ ਭਾਰਤ ਅਲੱਗ-ਅਲੱਗ ਸਟੇਟਾਂ ਦਾ ਇਕੱਠ ਹੋ ਕੇ ਇਹ ਭਾਰਤ ਬਣਿਆ, ਸੋ ਅੱਜ ਉਸ ਭਾਰਤ ਦੀਆਂ ਜਿਹੜੀਆਂ ਸਟੇਟਾਂ ਨੇ ਉਹਨਾਂ ਦੀ ਪਾਵਰ ਕੀ ਆ, ਇਹ ਬਹੁਤ ਵੱਡਾ ਸਵਾਲ ਪੈਦਾ ਹੁੰਦਾ ਹੈਗਾ। ਹੁਣ ਜਿੱਥੇ ਵੀ ਇਹ ਚੀਜ਼ਾਂ, ਯਾਨੀ ਕਿ ਜਿਹੜੀਆਂ ਵੀ ਸਟੇਟਾਂ ਦੇ ਵਿੱਚ ਡਿਸਪਿਊਟ ਚੱਲ ਰਹੇ ਨੇ ਜਾਂ ਹੈਗੇ ਸੀ ਜਾਂ ਹੈਗੇ ਨੇ, ਉਹ ਆਪਣੀ ਸਿਰਫ ਕੁਛ ਜਿਹੜੀਆਂ ਸਟੇਟਾਂ ਨੇ ਉਹ ਆਪਣੀ ਖੁਦ ਮੁਖਤਿਆਰੀ ਫੈਡਰਲਿਜ਼ਮ ਨੂੰ ਜਿਹੜਾ ਹੈ ਉੱਥੋਂ ਤੱਕ ਉਹ ਸੋਚਦੀਆਂ ਹੈਗੀਆਂ ਨੇ। ਕੁਛ ਜਿਹੜੀਆਂ ਸਟੇਟਾਂ ਨੇ ਉਹ ਇਹ ਸੋਚਦੀਆਂ ਹੈਗੀਆਂ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਕੁਛ ਜਿਹੜੀਆਂ ਨੇ ਨਾਰਮਲ ਜੀਆਂ ਮੰਗਾਂ ਨੇ ਉਹ ਮੰਨ ਲਈਆਂ ਜਾਣ, ਤੇ ਫਿਰ ਸਾਡਾ ਜਿਹੜਾ ਹੈ, ਸਾਡੀ ਸਟੇਟ ਬਹੁਤ ਵਧੀਆ, ਸਾਡਾ ਸਟੇਟ ਜਿਹੜਾ, ਸਾਡਾ ਕੰਮ ਜਿਹਾ ਜਿਹੜਾ ਹੈ ਉਹ ਚੱਲਦਾ ਹੈਗਾ। ਪਰ ਇੱਥੇ ਇੱਕ ਸਵਾਲ ਇਹ ਪੈਦਾ ਹੁੰਦਾ ਹੈਗਾ ਕਿ ਜਿਹੜੀਆਂ ਮੰਗਾਂ ਹੁੰਦੀਆਂ ਨੇ, ਉਹ ਮੰਗਾਂ ਤਾਂ ਤੁਸੀਂ ਜਦੋਂ ਕਿਤੇ ਮੰਗਵਾਉਂਦੇ ਹੋ ਜਾਂ ਤੁਸੀਂ ਤੁਹਾਡੀ ਮੰਗਾਂ ਰੱਖਦੇ ਹੋ ਤਾਂ ਉਹ ਇੱਕ ਗੁਲਾਮੀ ਦੀ ਨਿਸ਼ਾਨੀ ਆ। ਉੱਥੇ ਤੁਸੀਂ ਇਹ ਕਿੱਦਾਂ ਕਹਿ ਸਕਦੇ ਹੈਗੇ ਹੋ ਕਿ ਉੱਥੇ ਡੈਮੋਕ੍ਰੇਸੀ ਹੈਗੀ ਆ? ਜਿਹੜੀ ਮੰਗ ਆ, ਤੁਸੀਂ ਕਿਸੇ ਕੋਲ ਮੰਗ ਰੱਖ ਲਈ ਕਿ ਮੇਰੀ ਆ ਮੰਗ ਹੈ ਜੀ, ਇਹ ਪੂਰੀ ਕਰ ਦਿਓ। ਮੰਗ ਤੁਸੀਂ ਕਿਹਦੇ ਕੋਲ ਮੰਗਦੇ ਹੋ ਜਾ ਕੇ? ਮੰਗ ਇਹਦਾ ਮਤਲਬ ਤੁਸੀਂ ਉਸ ਕੋਲ ਮੰਗ ਰਹੇ ਹੈਗੇ ਹੋ ਕਿ ਜਿਹੜਾ ਤੁਹਾਡੇ ਤੋਂ ਬਹੁਤ ਜ਼ਿਆਦਾ ਉੱਚਾ ਹੈਗਾ, ਤੇ ਉਸ ਤੋਂ ਤੁਸੀਂ ਆਪਣੀ ਮੰਗ ਮੰਗਵਾਉਣ ਦੀ ਕੋਸ਼ਿਸ਼ ਕਰਦੇ ਹੋ। ਮੰਗ ਤੇ ਪ੍ਰਮਾਤਮਾ ਕੋਲ ਮੰਗਵਾਉਂਦੇ ਆ ਆਪਾਂ। ਪ੍ਰਮਾਤਮਾ ਸਿਰਫ ਇੱਕ ਉਹੋ ਹੀ ਆ, ਜੋ ਵੀ ਤੁਸੀਂ ਉਹਦਾ ਨਾਮ ਜਿਹੜਾ ਵੀ ਤੁਹਾਡਾ ਕੋਈ ਇਸ਼ਟ ਹੈਗਾ, ਅੱਲਾ, ਵਾਹਿਗੁਰੂ, ਰਾਮ, ਜੋ ਵੀ ਤੁਸੀਂ ਆਪਣਾ ਜੀਸਸ, ਜੋ ਵੀ ਤੁਸੀਂ ਮੰਨਦੇ ਹੈਗੇ ਹੋ, ਜਿਸ ਨੂੰ ਵੀ, ਉਹਦੇ ਮੁਤਾਬਕ ਮੰਗ ਤਾਂ ਉਸ ਕੋ ਮੰਗੀ ਜਾ ਸਕਦੀ ਆ, ਸਿਰਫ ਕਿਉਂਕਿ ਉੱਚਾ ਉਹ ਪ੍ਰਮਾਤਮਾ, ਉਸ ਕੋ ਮੰਗੀ ਜਾ ਸਕਦੀ ਆ। ਤੇ ਜਿਹੜੀ ਤੁਹਾਡੀ ਇਹ ਹੈਗੀ ਆ, ਤੁਹਾਡੇ ਰਾਈਟਸ ਨੇ, ਜਿਹੜੇ ਤੁਹਾਡੇ ਹੱਕ ਨੇ, ਉਹ ਹੱਕ ਤਾਂ ਲਏ ਜਾਂਦੇ ਨੇ, ਹੱਕ ਮੰਗੇ ਨਹੀਂ ਜਾਂਦੇ। ਹੱਕ ਜਿਹੜੇ ਨੇ ਉਹ ਲਏ ਜਾਂਦੇ ਨੇ। ਤੇ 74 ਸਾਲਾਂ ਦੇ ਵਿੱਚ ਕਿਹੜੀ ਸਟੇਟ ਨੇ, ਖਾਸ ਤੌਰ ਦੇ ਉੱਤੇ ਮੈਂ ਪੰਜਾਬ ਦੀ ਗੱਲ ਕਰਾਂਗਾ, ਪੰਜਾਬ ਦੀ 74 ਸਾਲਾਂ ਦੇ ਵਿੱਚ ਕੋਈ ਅਜਿਹੀ ਮੰਗ ਜਿਹੜੀ ਸੈਂਟਰ ਨੇ ਕਦੀ ਸੁਣੀ ਵੀ ਹੋਵੇ, ਮੰਨਣ ਦੀ ਤਾਂ ਦੂਰ ਛੱਡ ਦਿਓ ਤੁਸੀਂ, ਮੰਨਣ ਦਾ ਤਾਂ ਉਹ ਆਪਾਂ ਸੋਚ ਵੀ ਨਹੀਂ ਸਕਦੇ 74 ਸਾਲਾਂ ਦੇ ਵਿੱਚ। ਲੇਕਿਨ ਉਹਨਾਂ ਨੇ 74 ਸਾਲਾਂ ਦੇ ਵਿੱਚ ਇੱਕ ਮੰਗ ਜਿਹੜੀ ਤੁਹਾਨੂੰ ਬੈਠ ਕੇ ਤੁਹਾਡੇ ਕੋਲ ਸੁਣੀ ਹੋਵੇ ਵੀ ਭਾਈ ਤੁਸੀਂ ਆਪਣਾ ਦੁੱਖ ਦਰਦ ਦੱਸ ਦਿਓ, ਵੀ ਹਾਂ ਵੀ ਤੁਹਾਡਾ ਇੱਥੇ ਬਹੁਤ ਕੁਝ ਨੁਕਸਾਨ ਹੋ ਗਿਆ, ਹਰ ਪੱਖ ਤੋਂ ਨੁਕਸਾਨ ਹੋ ਗਿਆ, ਤੇ ਤੁਸੀਂ ਸਾਨੂੰ ਆ ਕੇ ਬੈਠ ਕੇ ਦੱਸੋ ਵੀ ਹਾਂ ਤੁਹਾਡਾ ਇਹ ਜਿਹੜੀ ਚੀਜ਼ ਆ, ਇਹ ਤੁਹਾਡੇ ਹੱਕ ਸੀ, ਵਾਕਿਆ ਹੀ ਖੋਏ ਗਏ,
ਤਾਂ ਇਹ ਹੱਕ ਜਿਹੜੇ ਨੇ ਉਹ ਤੁਹਾਡੇ ਬਣਦੇ ਸੀ। ਇੱਕ ਵੀ ਸਰਕਾਰ ਹੁਣ ਤੱਕ 74 ਸਾਲਾਂ ਦੇ ਵਿੱਚ ਕੋਈ ਇੱਕ ਸਰਕਾਰ ਦੱਸ ਦਿਓ ਜਿਨੇ ਇਹ ਆ ਕੇ ਇੱਕ ਜਿਹੜਾ ਐ ਕਰ ਦੋ ਕਿ ਪ੍ਰਾਈਮ ਮਿਨਿਸਟਰ ਜਿਹੜਾ ਹੈ ਉਹਨੇ ਕਦੀ ਸੁਣਿਆ ਹੋਵੇ, ਪ੍ਰਾਈਮ ਮਿਨਿਸਟਰ, ਹੋਮ ਮਿਨਿਸਟਰ, ਕੋਈ ਤੁਹਾਡਾ ਇੱਕ ਬੰਦਾ ਵੀ ਆ ਕੇ ਜਿਹੜਾ ਮਤਲਬ ਕਿ ਇੱਥੋਂ ਤੱਕ ਕਿ ਜਿਹੜਾ ਤੁਸੀਂ ਬਹੁਤ ਛਾਤੀ ਚੌੜੀ ਕਰਕੇ ਇਹ ਚੀਜ਼ ਕਹਿੰਦੇ ਹੋ ਕਿ ਜਦੋਂ ਸਰਦਾਰ ਮਨਮੋਹਨ ਸਿੰਘ ਸੀ ਪ੍ਰਾਈਮ ਮਿਨਿਸਟਰ ਆਫ ਇੰਡੀਆ, ਤੁਸੀਂ ਇੱਕ ਗੱਲ ਦੱਸ ਦਿਓ ਕਿ ਪੰਜਾਬ ਦੀ ਇੱਕ ਮੰਗ, ਖਾਸ ਤੌਰ ਤੇ ਸਿੱਖਾਂ ਦੀ ਇੱਕ ਮੰਗ ਜਿਹੜੀ ਆ ਉਹ ਮੰਗ ਨਹੀਂ, ਹੱਕ ਜਿਹੜਾ ਉਹ ਕਿਸੇ ਨੇ ਦਿੱਤਾ ਹੋਵੇ। ਤੁਸੀਂ ਤਾਂ ਮੰਗਾਂ ਹੀ ਮਨਵਾਉਣ ਤੁਰੇ ਆ, ਹੁਣ ਵਾਲੇ ਵੀ ਮੰਗਾਂ ਹੀ ਮਨਵਾਉਣ ਤੁਰੇ ਹੋਏ ਨੇ, ਹੱਕ ਦੀ ਤੇ ਗੱਲ ਹੀ ਕੋਈ ਨਹੀਂ ਕਰਦਾ। ਜਿਹੜੇ ਤੁਹਾਡੇ ਹੱਕ ਨੇ ਉਹਨਾਂ ਨੂੰ ਤੁਸੀਂ ਮੰਗਾਂ 'ਚ ਕਿਹੜੇ ਵੇਲੇ ਤਬਦੀਲ ਕਰ ਦਿੱਤਾ, ਇਹ ਸਮਝ ਹੀ ਨਹੀਂ ਆਈ ਹੈਗੀ। ਸੋ ਮੰਗਾਂ ਮਨਵਾਈ ਜਾਓ, ਤੇ ਮੰਗ ਜਿਹੜੀ ਹੁੰਦੀ ਆ ਉਹ ਹਮੇਸ਼ਾ ਗੁਲਾਮ ਦੀ ਜਿਹੜੀ ਆ ਉਹ ਨਿਸ਼ਾਨੀ ਹੁੰਦੀ ਹੈਗੀ ਆ। ਵਕਫਾ ਹੋ ਗਿਆ ਜੀ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਆਪਾਂ ਦੁਬਾਰਾ ਵਾਪਸ ਆਉਂਦੇ ਹਾਂ ਤੇ ਪ੍ਰੋਗਰਾਮ ਨੂੰ ਅੱਗੇ ਜਿਹੜਾ ਹੈ ਵਧਾਵਾਂਗੇ। ਮਿਲਦੇ ਹਾਂ ਜੀ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕੋ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਜੀ ਖੁੱਲਾ ਸੱਦਾ। ਉਮੀਦ ਕਰਦਾ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆ ਰਿਹਾ ਹੋਵੇਗਾ। ਆਪਣੇ ਕਮੈਂਟਸ, ਆਪਣੀ ਕੋਈ ਵੀ ਤੁਸੀਂ ਜਿਹੜੀ ਹੈ ਫੀਡਬੈਕ ਸਾਡੇ ਤੱਕ ਪਹੁੰਚਦੀ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਸਾਨੂੰ ਨੀਚੇ ਆ ਰਹੇ ਜਿਹੜਾ ਨੰਬਰ ਹੈਗਾ 6475281016 ਦੇ ਉੱਤੇ ਆਪਣਾ ਟੈਕਸਟ ਮੈਸੇਜ, WhatsApp ਰਾਹੀਂ ਤੁਸੀਂ ਜਿਹੜਾ ਹੈ ਉਹ ਸਾਨੂੰ ਆਪਣਾ ਸੁਨੇਹਾ ਪਹੁੰਚਾ ਸਕਦੇ ਹੋ। 9058725259 ਦੇ ਉੱਤੇ ਗੱਲਬਾਤ ਵੀ ਕੀਤੀ ਜਾ ਸਕਦੀ ਹੈ ਸਿਰਫ ਓਨਲੀ ਪ੍ਰੋਗਰਾਮ ਦੇ ਦੌਰਾਨ, ਤੇ ਇਸੇ ਹੀ ਨੰਬਰ ਦੇ ਉੱਤੇ ਤੁਸੀਂ ਸਾਨੂੰ WhatsApp ਜਿਹੜਾ ਹੈ ਉਹ ਕਰ ਸਕਦੇ ਹੋ। ਆਪਣਾ ਕੋਈ ਵੀ ਤੁਸੀਂ ਮੈਸੇਜ ਸਾਡੇ ਤੱਕ ਪਹੁੰਚਦਾ ਕਰ ਸਕਦੇ ਹੈਗੇ ਹੋ। ਸੋ ਮੈਂ ਜਿਹੜਾ ਇਹ ਸਾਰੀਆਂ ਗੱਲਾਂ ਬਾਤਾਂ ਕਰਨ ਦਾ ਜਿਹੜਾ ਮੇਰਾ ਮਕਸਦ ਸੀ, ਜੋ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ ਹੈਗੀ ਆ, ਇਸ ਨੂੰ ਸਾਨੂੰ ਸਮਝਣਾ ਪਏਗਾ ਕਿ ਸਟੇਟ ਕਿੰਨੀ ਜਿਹੜੀ ਆ ਉਹ ਪਾਵਰਫੁਲ ਹੋ ਚੁੱਕੀ ਹੈਗੀ ਆ। ਸਟੇਟ ਇਸੇ ਕਰਕੇ ਉਹ ਕਿਸੇ ਦੀ ਕੋਈ ਗੱਲ ਨਹੀਂ ਸੁਣਦੀ ਹੈਗੀ। ਉਹ ਜਿੱਥੇ ਚਾਹਣਗੇ ਕਾਨੂੰਨ ਬਦਲ ਦੇਣਗੇ, ਕੋਈ ਉਹਨਾਂ ਨੂੰ ਪੁੱਛਣ ਵਾਲਾ ਨਹੀਂ ਹੈਗਾ ਤੇ ਕਿਸੇ ਨੇ ਪੁੱਛਣਾ ਵੀ ਨਹੀਂ ਹੈ। ਕਿਉਂਕਿ ਜਿਹੜੀਆਂ ਪੁਰਾਣੀਆਂ ਸਰਕਾਰਾਂ ਦੇ ਵੀ ਜੇ ਐਮਰਜੈਂਸੀ ਦੇ ਟਾਈਮ ਦੇ ਉੱਤੇ ਐਜੂਕੇਸ਼ਨ ਦਾ ਕਾਨੂੰਨ ਬਦਲਿਆ ਸੀਗਾ ਤੇ ਕਿਹੜੀ ਸਰਕਾਰ ਨੇ ਆ ਕੇ ਉਸ ਕਾਨੂੰਨ ਦੇ ਵਿੱਚ ਤਬਦੀਲੀ ਜਿਹੜੀ ਆ ਉਹ ਕਰ ਦਿੱਤੀ ਹੈਗੀ ਆ? ਕਿਸੇ ਸਰਕਾਰ ਨੇ ਤਬਦੀਲੀ ਜਿਹੜੀ ਆ ਉਹ ਨਹੀਂ ਕੀਤੀ, ਨਾ ਕਿਸੇ ਨੇ ਉਸ ਜਗ੍ਹਾ ਦੇ ਉੱਤੇ ਜਾ ਕੇ ਕੋਈ ਬਿੱਲ ਜਿਹੜਾ ਹੈ ਉਹਦੇ ਆਪੋਜੀਟ ਪੇਸ਼ ਕਰਨ ਦੀ ਕੋਸ਼ਿਸ਼ ਵੀ ਕੀਤੀ ਹੋਵੇ। ਕਿਸੇ ਨੇ ਨਹੀਂ ਕੀਤੀ ਹੈਗੀ, ਜਿਨ੍ਹਾਂ ਨੂੰ ਤੁਸੀਂ ਨੁਮਾਇੰਦੇ ਆਪਣੇ ਚੁਣ ਕੇ ਭੇਜਦੇ ਹੈਗੇ ਹੋ। ਸੋ ਸਟੇਟ ਪਾਵਰਫੁਲ ਹੋ ਰਹੀ ਆ, ਫੈਡਰਲਿਜ਼ਮ ਖਤਮ ਹੋ ਰਿਹਾ ਹੈਗਾ, ਬਿਲਕੁਲ ਕਿਸਮ ਦਾ ਬਾਂਝ ਕਰਕੇ ਜਿਹੜਾ ਹੈ ਉਹ ਸੁੱਟ ਦਿੱਤਾ ਹੈਗਾ ਸਟੇਟਾਂ ਨੂੰ। ਸੋ ਤੁਹਾਡੇ ਚੀਫ ਮਿਨਿਸਟਰ ਦੀ ਵੈਲਿਊ ਜਿਹੜੀ ਆ ਉਹ ਇੱਕ ਜ਼ੀਰੋ ਹੈਗੀ ਆ, ਜ਼ੀਰੋ ਦੇ ਬਰਾਬਰ ਹੈਗੀ ਆ। ਐਗਜ਼ਾਮਪਲ ਲੈ ਲਓ, ਰੀਸੈਂਟਲੀ 115 ਬੰਦਿਆਂ ਨੇ ਸਾਈਨ ਕਰਕੇ ਦੇ ਦਿੱਤੇ ਬਿੱਲ ਜਿਹੜੇ ਨੇ ਕਿ ਅਸੀਂ ਆਪਣੀ ਸਟੇਟ ਦੇ ਵਿੱਚ ਇਹ ਜਿਹੜੇ ਬਿੱਲ ਨੇ ਇਹਨਾਂ ਨੂੰ ਅਸੀਂ ਨਹੀਂ ਮੰਨਾਂਗੇ। ਪਰ ਜਦੋਂ ਪਾਵਰ ਹੀ ਉਹਨਾਂ ਨੇ ਜਿਹੜਾ ਫੈਡਰਲ ਤੋਂ ਚੁੱਕ ਕੇ, ਫੈਡਰਲ ਕੋਲ ਪਾਵਰ ਨਾ ਰਹਿਣ ਦੇ ਉੱਤੇ ਉਹਨਾਂ ਨੇ ਐਕਸਟਰਾ ਪਾਵਰ ਯੂਜ਼ ਕਰਕੇ ਐਗਰੀਕਲਚਰ ਦੇ ਸਾਰੇ ਜੋ ਵੀ ਉਹਨਾਂ ਨੇ ਡਿਪਾਰਟਮੈਂਟ ਆਪਣੇ ਹੱਥ 'ਚ ਲੈ ਕੇ ਆਪਣੇ ਤਰੀਕੇ ਦੇ ਨਾਲ ਸਾਰਾ ਕੁਝ ਕਰਕੇ ਤੇ ਉਹਨਾਂ ਨੇ ਧੱਕੇ ਦੇ ਨਾਲ ਸਾਰਾ ਕੁਝ ਜਿਹੜਾ ਹੈ ਥੋਪ ਦਿੱਤਾ ਤੇ 115 ਬੰਦੇ ਤੁਹਾਡੇ ਸਮੇਤ ਚੀਫ ਮਿਨਿਸਟਰ ਜਿਹੜੇ ਇਹਨਾਂ ਨੇ ਸੈਂਟਰ ਦੇ ਸਾਰੇ ਪਿਆਦੇ ਨੇ ਇਸ ਟਾਈਮ ਦੇ ਉੱਤੇ, ਉਹਨਾਂ ਨੂੰ ਜ਼ੀਰੋ ਕਰਕੇ ਸਿੱਟ ਦਿੱਤਾ। ਤੇ ਤੁਸੀਂ ਦੱਸੋ, ਆਪਾਂ ਸੋਚ ਸਕਦੇ ਹਾਂ ਕਿ ਕਿਸੇ ਚੀਫ ਮਿਨਿਸਟਰ ਦੇ ਚੇਂਜ ਹੋਇਆ, ਕਿਸੇ ਪਾਰਟੀ ਦੇ ਚੇਂਜ ਹੋਇਆ, ਕਿਸੇ ਵਿਅਕਤੀ ਵਿਸ਼ੇਸ਼ ਦੇ ਚੇਂਜ ਹੋਇਆ, ਕੋਈ ਸਟੇਟ ਦੇ ਵਿੱਚ ਆਪਾਂ ਬਦਲਾਵ ਦੀ ਜਿਹੜੀ ਆ ਉਹ ਸੋਚ ਵੀ ਸੋਚ ਸਕਦੇ ਹਾਂ। ਬਦਲਣ ਦੀ ਤੇ ਗੱਲ ਹੀ ਛੱਡਦੀ ਆ, ਆਪਾਂ ਸੋਚ ਤੱਕ ਵੀ ਸੋਚ ਸਕਦੇ ਹੈਗੇ ਆ। ਤੇ ਕਿਹੜਾ ਇਹਨਾਂ ਚੋਂ ਜਿਹੜਾ ਹੈ ਉਹ ਬਾਂਹ ਖੜੀ ਕਰਕੇ ਇਹ ਗੱਲ ਕਹਿੰਦਾ ਹੈਗਾ ਕਿ ਮੈਂ ਇਹਨਾਂ ਚੀਜ਼ਾਂ ਦੇ ਉੱਤੇ ਬਦਲਾਵ ਦੇ ਉੱਤੇ ਜਿਹੜਾ ਉਹ ਖੜਾਂਗਾ? ਬਿਲਕੁਲ ਨਹੀਂ। ਜਾਂ ਤਾਂ ਤੁਹਾਨੂੰ ਬਿਜਲੀ ਫ੍ਰੀ ਦੇਣ ਦੀ ਗੱਲ ਕਰਦਾ, ਆਟਾ ਦਾਲਾਂ ਸਕੀਮਾਂ ਦੇਣ ਦੀ ਗੱਲ ਕਰਦਾ, ਜਾਂ ਉਹ ਇਹ ਕਹਿੰਦਾ ਹੈਗਾ ਕਿ ਮੈਂ ਤੁਹਾਨੂੰ
ਝੂਠੇ ਮੁੱਠੇ ਲਾਰੇ ਲਾ ਕੇ ਕਿ ਇੰਨੀਆਂ ਕੁ ਨੌਕਰੀਆਂ ਜਿਹੜੀਆਂ ਮੈਂ ਤੁਹਾਡੇ ਵਾਸਤੇ ਜਿਹੜੀਆਂ ਉਹ ਪੈਦਾ ਕਰ ਦੂੰਗਾ, ਤੇ ਜਿਹੜੇ ਆ ਬਿੱਲ ਨੇ ਮੈਂ ਇਹ ਕਰ ਦੂੰਗਾ, ਮੈਂ ਰੱਦ ਕਰਾ ਦੂੰਗਾ, ਮੈਂ ਉਹ ਕਰ ਦੂੰਗਾ। ਕਿਸੇ ਦੀ ਪੰਜਾਬੀ 'ਚ ਕਹਿਣਾ ਹੋਵੇ ਔਕਾਤ ਨਹੀਂ ਹੈ ਇਸ ਟਾਈਮ ਦੇ ਉੱਤੇ, ਕਿਉਂਕਿ ਇਸ ਚੀਜ਼ ਨੂੰ ਅਸੀਂ ਸਮਝਦੇ ਹੀ ਨਹੀਂ ਪਏ ਹੈਗੇ ਕਿ ਫੈਡਰਲਿਜ਼ਮ ਤਾਂ ਉਹਨਾਂ ਨੇ ਖਤਮ ਹੀ ਕਰ ਦਿੱਤਾ। ਜਿਹੜੀ ਤੁਹਾਡੇ ਕਿਸੇ ਸਟੇਟ ਦੀ ਜਿਹੜੀ ਪਾਵਰ ਸੀ ਉਹ ਜ਼ੀਰੋ ਹੀ ਕਰ ਦਿੱਤੀ ਆ। ਇਸ ਚੀਜ਼ ਨੂੰ ਅਸੀਂ ਸਮਝ ਹੀ ਨਹੀਂ ਰਹੇ। ਅਸੀਂ ਤਾਂ ਇਹ ਸੋਚ ਰਹੇ ਹਾਂ ਕਿ ਫਲਾਣੇ ਚੀਜ਼ ਦਾ ਬਦਲਾਵ ਕਰ ਦਈਏ ਤੇ ਸਾਡਾ ਪੰਜਾਬ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਚਦੇ ਆ। ਪਿਛਲੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਅਸਲੀ ਹਾਲਤ ਦੱਸੀ ਆ ਕਿ ਭਾਈ ਅਸੀਂ ਪਾਣੀਆਂ ਦਾ ਕੀ ਸਾਡਾ ਬਣ ਗਿਆ, ਸਾਡੀ ਨੌਜਵਾਨੀ ਦਾ ਕੀ ਬਣ ਗਿਆ, ਕਲਚਰ ਸਾਡਾ ਖਤਮ ਕਰ ਦਿੱਤਾ, ਰਿਲੀਜੀਅਸ ਪੱਖ ਤੋਂ ਸਾਡੇ ਤੇ ਅਟੈਕ ਹੋ ਰਹੇ ਨੇ। ਹਰ ਪੱਖ, ਕੋਈ ਪੱਖ ਐਸਾ ਨਹੀਂ ਜਿਹੜੀ ਉਹ ਆਪਣੀ ਸਪੀਡ ਦੇ ਨਾਲ ਪੂਰੀ ਲੱਗੇ ਹੋਏ ਨੇ, ਤੇ ਅਸੀਂ ਕੁੰਭ ਕਰਨ ਦੀ ਨੀਂਦ ਜਿਹੜੀ ਹੈ ਉਹ ਸੁੱਤੇ ਪਏ ਆ। ਮੰਨੀਏ ਚਾਹੇ ਨਾ ਮੰਨੀਏ, ਐਕਸੈਪਟ ਕਰ ਲਈਏ ਅੱਜ ਤੇ ਕੁਝ ਬਚਾ ਜਿਹੜਾ ਅਸੀਂ ਕਰ ਪਾਵਾਂਗੇ। ਤੇ ਜੇ ਅਸੀਂ ਐਕਸੈਪਟ ਹੀ ਨਾ ਕੀਤਾ, ਕਿਸੇ ਚੀਜ਼ ਨੂੰ ਮੰਨਿਆ ਹੀ ਨਹੀਂ ਅਸੀਂ, ਤਾਂ ਫਿਰ ਅਸੀਂ ਰਸਤਾ ਵੀ ਨਹੀਂ ਕੋਈ ਲੱਭਾਂਗੇ। ਕਿਉਂਕਿ ਕਿਸੇ ਚੀਜ਼ ਦਾ ਅਹਿਸਾਸ ਹੋਣਾ ਸਟੇਬਿਲਿਟੀ ਨਹੀਂ ਹੈ, ਕਿਸੇ ਚੀਜ਼ ਨੂੰ ਮੰਨ ਲੈਣਾ ਸਟੇਬਿਲਿਟੀ ਹੈਗੀ ਆ। ਅਹਿਸਾਸ ਜਿਹੜਾ ਹੈ ਉਹ ਟੈਂਪਰੇਰੀ ਕਦੀ ਹੋਏਗਾ, ਕਦੀ ਨਹੀਂ ਹੋਏਗਾ। ਅਹਿਸਾਸ ਕਰਕੇ ਕਿਸੇ ਚੀਜ਼ ਦਾ ਦੇਖ ਲੈਣਾ। ਕੋਈ ਅਹਿਸਾਸ ਜਿਹੜਾ ਹਮੇਸ਼ਾ ਟੈਂਪਰੇਰੀ ਫੇਜ਼ ਵਿੱਚ ਹੁੰਦਾ ਹੈਗਾ। ਜਦੋਂ ਤੁਸੀਂ ਕਿਸੇ ਚੀਜ਼ ਨੂੰ ਮੰਨ ਲੈਂਦੇ ਹੋ, ਪਰਮਾਨੈਂਟਲੀ ਮੰਨ ਲੈਂਦੇ ਹੋ ਕਿ ਹਾਂ ਆਹ ਚੀਜ਼ ਹੈ, ਉਦੋਂ ਤੁਸੀਂ ਇਲਾਜ ਵਾਲੀ ਸਾਈਡ ਦੇ ਉੱਤੇ ਚੱਲਦੇ ਹੋ। ਉਨੀ ਦੇਰ ਤੱਕ ਤੁਸੀਂ ਉਹਦਾ ਟ੍ਰੀਟਮੈਂਟ ਵੀ ਨਹੀਂ ਕਰਨ ਦੀ ਕੋਸ਼ਿਸ਼ ਕਰਦੇ। ਸੋ ਅੱਖਾਂ ਸਾਨੂੰ ਖੋਲਣੀਆਂ ਪੈਣਗੀਆਂ। ਦੂਸਰੀ ਗੱਲ, ਇੰਪੋਰਟੈਂਟ ਗੱਲ ਜਿਹੜੀ ਸਾਨੂੰ ਸੋਚਣੀ ਪਏਗੀ, ਉਹ ਇਹ ਦੇਖਣਾ ਪਏਗਾ ਕਿ ਜਿਹੜੀਆਂ ਬਾਕੀ ਸਟੇਟਾਂ ਨੇ ਉਹਨਾਂ ਨਾਲ ਜੋ ਕੁਝ ਹੋ ਰਿਹਾ ਹੈਗਾ, ਉਹਨਾਂ ਨਾਲ ਸਾਡਾ ਤਾਲਮੇਲ ਜਿਹੜਾ ਹੈ ਉਹ ਹੋਣਾ ਚਾਹੀਦਾ ਹੈਗਾ। ਕਿਉਂਕਿ ਉਹ ਗੱਲ ਅਲੱਗ ਆ ਕਿ ਸਾਡੇ ਅਲੱਗ-ਅਲੱਗ ਜਿਹੜੇ ਨੇ ਉਹ ਹੋ ਸਕਦੇ ਨੇ, ਸਾਡੀ ਆਈਡੀਓਲੋਜੀ ਸੈਪਰੇਟ ਹੋ ਸਕਦੀ ਆ, ਸਾਡੀ ਸੋਚਣੀ ਅਲੱਗ ਹੋ ਸਕਦੀ ਹੈਗੀ ਆ, ਅਸੀਂ ਕਿੱਥੇ ਜਾ ਕੇ ਸੈਟੀਸਫਾਈਡ ਹੋ ਸਕਦੇ ਹੈਗੇ ਆ। ਉਹ ਗੱਲ ਅਲੱਗ ਆ ਕਿ ਕਿਸੇ ਸਟੇਟ ਨੂੰ ਠੀਕ ਆ ਕਿ ਐਕਸਟਰਾ ਪਾਵਰ ਦੇ ਦਿੱਤੀਆਂ ਜਾਣ ਤੇ ਉਹ ਉੱਥੇ ਸੈਟੀਸਫਾਈਡ ਹੋ ਗਿਆ। ਕੋਈ ਸਟੇਟ ਕਹੇਗੀ ਕਿ ਮੈਂ ਤਾਂ ਫੈਡਰਲਿਜ਼ਮ ਦਾ ਪੂਰਾ ਜਿਹੜਾ ਢਾਂਚਾ ਹੈਗਾ, ਖੁਦ ਮੁਖਤਿਆਰੀ ਜਿਹਨੂੰ ਆਪਾਂ ਕਹਿ ਸਕਦੇ ਹੈਗੇ ਆ, ਵੀ ਮੈਨੂੰ ਉੱਥੋਂ ਤੱਕ ਦੇ ਦਿੱਤਾ ਜਾਵੇ। ਤੇ ਕੁਝ ਜਿਹੜੀਆਂ ਸਟੇਟਾਂ ਨੇ ਉਹ ਬਿਲਕੁਲ ਇਸ ਭਾਰਤ ਨਾਲੋਂ ਅਲੱਗ ਹੋਣ ਦੀ ਜਿਹੜੀ ਗੱਲ ਆ ਉਹ ਕਰਦੀਆਂ ਨੇ ਕਿ ਸਾਡਾ ਤਾਂ ਅਲੱਗ ਹੋਣ ਤੋਂ ਬਗੈਰ ਕੋਈ ਚਾਰਾ ਨਹੀਂ ਬਚ ਰਿਹਾ ਅਗਲੀ ਸਾਈਡ ਦੇ ਉੱਤੇ। ਪਰ ਐਟ ਲੀਸਟ ਇਹ ਸਾਰਾ ਕੁਝ ਇੱਕ ਏਜੰਡੇ ਦੇ ਉੱਤੇ ਇਕੱਠਾ ਤਾਂ ਹੋ ਸਕਦਾ ਹੈਗਾ ਨਾ। ਕਿਉਂਕਿ ਜਿਹੜੀ ਸਟੇਟ ਪਾਵਰ 'ਚ ਆ ਇਸ ਟਾਈਮ ਦੇ ਉੱਤੇ, ਜਿਹੜੀ ਹਕੂਮਤ ਉਹਦੇ ਤੇ ਰਾਜ ਕੋਈ ਵੀ ਕਰਦੀ ਹੈਗੀ ਆ, ਉਹਨੂੰ ਇਕੱਲੇ ਨਾਲ ਡੀਲ ਕਰਨਾ ਬਹੁਤ ਸੌਖਾ। ਉਹ ਜੇ ਜੰਮੂ ਐਂਡ ਕਸ਼ਮੀਰ ਦੇ ਨਾਲ ਡੀਲ ਕਰਦੀ ਆ ਤੇ ਬਾਕੀ ਸਾਰੇ ਚੁੱਪ। ਉਹ ਧਾਰਾ 370 ਤੋੜ ਦਿੱਤੀ, ਸਾਰਾ ਕੁਝ ਕਰ ਦਿੱਤਾ ਤੇ ਬਾਕੀ ਸਾਰੇ ਚੁੱਪ। ਉਹਨਾਂ ਦਾ ਮਸਲਾ ਜੀ। ਜੇ ਪੰਜਾਬ ਦੇ ਨਾਲ ਧੱਕਾ ਹੋ ਰਿਹਾ ਲਗਾਤਾਰਤਾ ਦੇ ਨਾਲ ਤੇ ਬਾਕੀ ਸਟੇਟਾਂ ਚੁੱਪ। ਤੇ ਜੇ ਬਾਕੀ ਉਧਰ ਹੁਣ ਆਪਣਾ ਤਾਮਿਲਨਾਡੂ 'ਚ ਲਾ ਲਓ ਤੁਸੀਂ, ਉੱਥੇ ਹੋਏਗਾ ਤੇ ਬਾਕੀ ਸਟੇਟਾਂ ਚੁੱਪ। ਹੋਰ ਸਟੇਟਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਸਟੇਟਾਂ ਦੇ ਵਿੱਚ ਕੁਝ ਹੋਏਗਾ ਤੇ ਬਾਕੀ ਸਾਰੇ ਅਸੀਂ ਚੁੱਪ, ਸਾਡਾ ਤਾਲਮੇਲ ਕੋਈ ਨਹੀਂ। ਤੇ ਜੇ ਇਹ ਸਾਰੇ ਅਸੀਂ ਇੱਕ ਜਗ੍ਹਾ ਦੇ ਉੱਤੇ ਇਕੱਠੇ ਹੋ ਜਾਂਦੇ ਆ, ਇੱਕ ਸਾਡੀ ਰਾਏ ਬਣ ਜਾਂਦੀ ਆ ਕਿ ਭਾਈ ਚਲੋ ਠੀਕ ਆ, ਆਪੋ ਆਪਣਾ ਕਿੱਥੇ ਜੇ ਤੁਸੀਂ ਸੈਟੀਸਫਾਈਡ ਹੁੰਦੇ ਹੋ ਉਹ ਗੱਲ ਅਲੱਗ ਹੈਗੀ ਆ ਕਿ ਅਸੀਂ ਕਿੱਥੇ ਜਾ ਕੇ ਸੈਟੀਸਫਾਈਡ ਹੁੰਦੇ ਆ। ਲੇਕਿਨ ਤੁਸੀਂ ਲੜਨਾ ਆਪਣੇ ਹੱਕ ਤਾਂ ਸੈਂਟਰ ਤੋਂ ਲੈਣੇ ਨੇ ਨਾ, ਤੇ ਸੈਂਟਰ ਕੋਲ ਲੈਣ ਵਾਸਤੇ ਸਾਰੀਆਂ ਸਟੇਟਾਂ ਨੂੰ ਇੱਕਮਿਕ ਹੋਣਾ ਪਏਗਾ, ਇੱਕ ਸਾਂਝਾ ਪਲੇਟਫਾਰਮ ਕਰਨਾ ਪਏਗਾ। ਉਹਦੇ ਵਾਸਤੇ ਪਹਿਲ ਕਦਮੀ ਜਿਹੜੀ ਆ ਉਹ ਨਹੀਂ ਜਿਹੜੀ ਆ ਕੋਈ ਵੀ ਕਰਦਾ ਹੈਗਾ। ਜੇ ਆ ਐਗਜ਼ਾਮਪਲ ਲੈ ਲਈਏ ਆਪਾਂ ਤੇ ਉਹ ਸ਼ਰੇਆਮ ਇਹ ਗੱਲ ਆ ਜਿਹੜੀ ਜਦੋਂ ਆ ਕਿਸਾਨੀ ਜਿਹੜੀਆਂ ਨੇ ਡਿਮਾਂਡਸ ਕਹਿ ਲਈਏ, ਮੰਗਾਂ, ਕਿਉਂਕਿ ਮੈਂ ਤਾਂ ਇਹਨੂੰ ਮੰਗਾਂ ਨਹੀਂ ਮੰਨਦਾ ਹੈਗਾ, ਮੈਂ ਤਾਂ ਇਹ ਕੋਈ ਮੰਗਾਂ ਨਹੀਂ ਹੈਗੀਆਂ, ਤੁਹਾਡਾ ਹੱਕ ਆ ਜਿਹਨੂੰ ਤੁਸੀਂ ਇਹਨੂੰ ਪਤਾ ਨਹੀਂ ਕਿਹੜੇ ਵੇਲੇ ਡਿਮਾਂਡ ਦੇ ਵਿੱਚ ਕਹਿੰਦੇ ਨੇ। ਮੇਰੇ ਮੂੰਹ 'ਚੋਂ ਇਹ ਲਫ਼ਜ਼ ਜਿਹੜਾ ਉਹ ਬਹੁਤ ਔਖਾ ਨਿਕਲਦਾ, ਜਿਹਨੂੰ ਮੈਂ ਮੰਗਾਂ ਦੇ ਰੂਪ ਦੇ ਵਿੱਚ ਕਹਾਂ। ਇਹ ਮੰਗਾਂ ਨਹੀਂ ਹੈਗੀਆਂ, ਇਹ ਹੱਕ ਆ ਜਿਹੜੇ ਲੈਣੇ ਬਣਦੇ ਹੈਗੇ ਆ, ਜਿਹੜਾ ਤੁਹਾਡਾ ਅਸਲੀ ਹੱਕ ਆ। ਤੇ ਹੱਕ ਤੋਂ ਤੁਹਾਨੂੰ ਵਾਂਝਾ ਕਰ ਦਿੱਤਾ, ਉਹ ਹੱਕ ਲੈਣਾ। ਇਹ ਲੈਣਾ ਕਿੱਦਾਂ?
ਇਹ ਅਸੀਂ ਲੋਕਾਂ ਨੇ ਡਿਸਾਈਡ ਕਰਨਾ ਹੈਗਾ। ਸੋ ਇਹ ਉਹ ਬਾਰ-ਬਾਰ ਕੀ ਕਹਿੰਦੇ ਰਹੇ ਕਿ ਇਹ ਇਕੱਲੇ ਪੰਜਾਬ ਦੀ ਮੰਗ ਆ, ਇਹ ਇਕੱਲੇ ਪੰਜਾਬ ਵਾਲਿਆਂ ਨੇ ਇਹ ਚੀਜ਼ ਸ਼ੁਰੂ ਕੀਤੀ ਹੈਗੀ ਆ। ਤੇ ਠੀਕ ਹੈ, ਕੁਛ ਕੁ ਪਲੇਟਫਾਰਮ ਦੇ ਉੱਤੇ ਕੁਛ ਲੋਕਾਂ ਨੂੰ ਤੁਸੀਂ ਬੋਲਦੇ ਸੁਣ ਲਿਆ ਤੇ ਅਸੀਂ ਵਾਹ-ਵਾਹ ਕਰ ਦਿੱਤੀ ਜੀ, ਠੀਕ ਆ ਜੀ, ਲੋਕ ਹੈ। ਪਰ ਕਿੱਥੇ ਆ ਕੇ ਇਹ ਚੀਜ਼ ਜਿਹੜੀ ਆ ਉਹ ਸੈਂਟਰਲਾਈਜ਼ ਅਸੀਂ ਇਕੱਠੇ ਹੋ ਕੇ ਇਹ ਗੱਲ ਬੜੇ ਦਾਅਵੇ ਨਾਲ ਇਹ ਗੱਲ ਕਹੀ ਹੋਵੇ ਕਿ ਭਾਈ ਬਿਲਕੁਲ ਨਹੀਂ, ਇਹ ਸਾਰਾ ਕੁਝ ਜਿਹੜਾ ਹੈਗਾ ਉਹ ਇਕੱਠੇ ਰੂਪ ਦੇ ਵਿੱਚ ਹੈਗਾ। ਇਸ ਤਰ੍ਹਾਂ ਹੀ ਜਿੱਥੇ ਵੀ ਧੱਕਾ ਹੁੰਦਾ, ਕੁਝ ਮੇਰੇ ਵੀਰ ਸਾਡੇ ਮੀਡੀਆ ਦੇ ਬਹੁਤ ਜ਼ਿਆਦਾ ਸਿਆਣੇ ਬੰਦੇ ਕਈ ਇਹ ਕਹਿ ਦਿੰਦੇ ਨੇ ਕਿ ਐਵੇਂ ਹੀ ਜਾ ਕੇ ਪੰਜਾਬੀ ਤਾਂ ਪੰਗਾ ਲੈ ਲੈਂਦੇ ਨੇ, ਪੰਜਾਬੀ ਤਾਂ ਊਂ ਹੀ ਖੜ ਜਾਂਦੇ ਨੇ, ਲੋੜ ਨਹੀਂ ਇਹਨਾਂ ਨੂੰ ਖੜਨ ਦੀ ਹੈਗੀ। ਤੇ ਭਾਈ ਫਿਰ ਆਪਾਂ ਆਪਣੇ ਗੁਰੂ ਸਾਹਿਬਾਨਾਂ ਦੀ ਦਿੱਤੀ ਹੋਈ ਸਿੱਖਿਆ ਤੋਂ ਵੀ ਮੁਨਕਰ ਜਿਹੜਾ ਹੋ ਰਹੇ ਹੈਗੇ ਆ ਕਿ ਜ਼ੁਲਮ ਕਰਨਾ ਤੇ ਜ਼ੁਲਮ ਸਹਿਣਾ ਵੀ ਜਿਹੜਾ ਹੈ ਉਹ ਉਨਾ ਹੀ ਭਾਗੀਦਾਰ ਬੰਦਾ ਹੁੰਦਾ। ਸੋ ਜੇ ਤੁਸੀਂ ਜ਼ੁਲਮ ਸਹਿਣ ਦੀ ਆਦਤ ਪੈ ਲਈ ਨਾ ਤੇ ਫਿਰ ਤੁਹਾਡੇ ਨੇ ਜ਼ੁਲਮੀ ਨੇ ਤੁਹਾਡੇ ਉੱਤੇ ਜ਼ੁਲਮ ਕਰਨਾ ਹੀ ਕਰਨਾ, ਉਹਦੇ ਤੋਂ ਬਚਾ ਨਹੀਂ ਹੋਇਆ ਜਾ ਸਕਦਾ। ਸੋ ਬਹੁਤ ਸਾਰੀਆਂ ਸਟੇਟਾਂ ਦਾ ਮੂੰਹ ਮਹਾਂਦਰਾ ਬਦਲਣ ਦੀ ਤਿਆਰੀ 'ਚ ਹੈ ਬੀਜੇਪੀ। ਇਸ ਗੱਲ ਨੂੰ ਅਸੀਂ ਜਿਹੜਾ ਹੈ ਅੱਜ ਸਮਝ ਲਈਏ ਤੇ ਸਾਡੇ ਵਾਸਤੇ ਫਾਇਦਾ, ਕਿਉਂਕਿ ਸਾਨੂੰ ਅੱਜ ਹੀ ਸਮਝਣਾ ਪਵੇਗਾ, ਕੱਲ ਵਾਸਤੇ ਸਾਡੇ ਕੋਲ ਵਕਤ ਨਹੀਂ ਹੈ। ਸੋ ਇਹ ਗੱਲਾਂ ਜਿਹੜੀਆਂ ਨੇ ਇਹ ਕੋਈ ਇਸ ਤਰ੍ਹਾਂ ਦੇ ਨਾਲ ਹੀ ਨਹੀਂ ਕੀਤੀਆਂ ਜਾ ਰਹੀਆਂ, ਇਹ ਗੱਲਾਂ ਦੇ ਪਿੱਛੇ ਬਹੁਤ ਜ਼ਿਆਦਾ ਸਮਾਂ ਲੱਗਿਆ ਹੋਇਆ, ਇਹਦੇ ਪਿੱਛੇ ਬਹੁਤ ਜ਼ਿਆਦਾ ਡੂੰਘੇ ਸਰੋਤ ਨੇ ਜਿੱਥੋਂ ਇਹ ਗੱਲ ਜਿਹੜੀ ਆ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਪਏ ਹੈਗੇ ਆ। ਸੋ ਇਹਨਾਂ ਚੀਜ਼ਾਂ ਤੇ ਸਾਨੂੰ ਧਿਆਨ ਫੋਕਸ ਕਰਨਾ ਪਏਗਾ, ਧਿਆਨ ਦੇਣਾ ਪਵੇਗਾ, ਤਾਂ ਅਸੀਂ ਆਪਣਾ ਬਚਾਅ ਜਿਹੜਾ ਹੈ ਉਹ ਕਰ ਸਕਦੇ ਹੈਗੇ ਆ। ਪ੍ਰੋਗਰਾਮ ਦਾ ਸਮਾਂ ਬਿਲਕੁਲ ਸਮਾਪਤ ਹੈ ਜੀ। ਕੱਲ ਆਪਾਂ ਦੁਬਾਰਾ 9:30 ਵਜੇ ਟੋਰਾਂਟੋ ਸਮੇਂ ਮੁਤਾਬਕ ਤੇ 7 ਵਜੇ ਇੰਡੀਆ ਸਮੇਂ ਮੁਤਾਬਕ ਤੁਹਾਡੀ ਕਚਹਿਰੀ 'ਚ ਦੁਬਾਰਾ ਹਾਜ਼ਰੀ ਲਵਾਵਾਂਗੇ। ਪ੍ਰੋਗਰਾਮ ਦੀ ਸਮਾਪਤੀ ਕਰਨੀ ਪੈਣੀ ਆ ਕਿਉਂਕਿ ਵਕਤ ਜਿਹੜਾ ਹੈ ਉਹ ਇਜਾਜ਼ਤ ਨਹੀਂ ਦਿੰਦਾ ਹੈਗਾ। ਭੈ ਕਾਹੂ ਕੋ ਦੇਤ ਨਾ, ਨਹਿ ਪੈ ਮਾਨ ਤਾਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।